ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਐਪੀ ਸੱਚ ਨਾਨਕ ਹੋਸੀ ਪੀ ਸੱਚ। ਉਸ ਦਿਨ ਅਸੀਂ ਕੀਤਾ ਸੀ, ਅੱਜ ਸਾਰੀ ਸੰਗਤ ਤੇ ਨਹੀਂ ਆਈ। ਕਿਸੇ ਨੂੰ ਕੋਈ ਡਿਫਿਕਲਟੀ ਹੋਏ ਤੇ ਦੱਸ ਦੇਣਾ, ਅਸੀਂ ਉਹ ਫਿਰ ਡਿਸਕਸ ਕਰ ਲਵਾਂਗੇ। ਪਰ ਵੈਸੇ ਮੈਂ ਸੋਚ ਰਹੀ ਹਾਂ ਕਿ ਪਿਛਲੀ ਵਾਰ ਦਾ ਤੇ ਅੱਜ ਦਾ ਲੈਕਚਰ ਮਿਲਾ ਕੇ ਇੱਕ ਲੈਕਚਰ ਹੋਰ ਰੱਖ ਲਈਏ, ਕਿਉਂਕਿ ਇਹ ਟੌਪਿਕ ਜਿਹੜਾ ਹੈਗਾ ਭਾਵੇਂ ਤੇ ਸਾਰੀ ਗੁਰਬਾਣੀ ਵਿੱਚੋਂ ਹੀ ਹੈ, ਪਰ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਅਪਲਾਈ ਹੁੰਦਾ, ਇਸ ਕਰਕੇ ਇਹਦੇ ਤੇ ਥੋੜੀ ਹੋਰ ਡਿਟੇਲ ਰੋਸ਼ਨੀ ਪਾਈ ਜਾਏ ਤਾਂ ਜ਼ਿਆਦਾ ਅੱਛਾ ਹੈ। ਸੋ ਦੇਖ ਲਾਂਗੇ ਸੰਗਤ ਦੀ ਮਰਜ਼ੀ ਦੇ ਨਾਲ, ਜਿਸ ਤਰ੍ਹਾਂ ਠੀਕ ਹੋਏਗਾ ਕਰ ਲਵਾਂ। ਸੋ ਉਸ ਦਿਨ ਅਸੀਂ ਕੀਤਾ ਸੀ ਕਿ ਆਤਮਾ ਮੇਰੇ ਅੰਦਰ ਕਿਵੇਂ ਵਸ ਰਿਹਾ, ਜਿਹਨੂੰ ਅਸੀਂ ਕਿਹਾ ਸੀ ਕਿ ਮੈਂ ਮੇਰੀ। ਸਰੀਰ ਦੇ ਹਿਸਾਬ ਤੇ ਮੈਂ ਮੇਰੀ, ਔਰ ਫਿਰ ਅਸੀਂ ਜਦੋਂ ਖੋਜਿਆ ਸੀ ਤੇ ਅਸੀਂ ਦੇਖਿਆ ਸੀ ਕਿ ਇਹ ਜਿਹੜੀ ਮੈਂ ਮੇਰੀ ਹੈ, ਇਹ ਤੇ ਸਰੀਰ ਤੇ ਇੰਦਰੀਆਂ ਨਾਲ ਜੁੜੀ ਹੋਈ ਹੈ। ਅਸਲ ਵਿੱਚ ਜਿਹੜੀ ਆਈ ਹੈ, ਜਿਹੜੀ ਮੈਂ ਮਾਂ, ਉਹ ਤੇ ਮੇਰੇ ਅੰਦਰ ਉਹ ਸ਼ਕਤੀ ਹੈ ਜਿਹੜੀ ਕੰਮ ਕਰ ਰਹੀ ਹੈ, ਔਰ ਐਕਚੁਅਲੀ ਮੈਂ ਉਹ ਸ਼ਕਤੀ ਹਾਂ। ਲੇਕਿਨ ਅਗਿਆਨਤਾ ਵਸ ਸਰੀਰ ਨਾਲ ਜੁੜੇ ਹੋਣ ਕਰਕੇ ਮੇਰਾ ਜਿਹੜਾ ਭਾਵ ਹੈ, ਜਿਹਦੇ ਨਾਲ ਮੈਂ ਸਾਰਾ ਸੰਸਾਰ ਦਾ ਕੰਮ ਚਲਾਨੀ ਹਾਂ, ਉਹਦੇ ਵਿੱਚ ਮੇਰਾ ਭਾਵ ਇਹੀ ਬਣਦਾ ਹੈ ਕਿ ਇਹ ਸਰੀਰ ਕਰ ਰਿਹਾ, ਮੇਰੀਆਂ ਇੰਦਰੀਆਂ ਕਰ ਰਹੀਆਂ ਨੇ। ਸੋ ਉਹ ਦਿਨ ਅਸੀਂ ਡਿਸਕਸ ਕੀਤਾ ਸੀ। ਅੱਜ ਅਸੀਂ ਡਿਸਕਸ ਕਰਨਾ ਹੈ ਕਿ ਉਹ ਤੇ ਮੇਰਾ ਅੰਦਰਲਾ ਰੂਪ ਹੈ ਤੇ ਮੇਰਾ ਇੱਕ ਬਾਹਰਲਾ ਰੂਪ ਵੀ ਹੈ। ਪਰਮਾਤਮਾ ਦੋਨਾਂ ਰੂਪਾਂ ਵਿੱਚ ਸਰਗੁਣ ਨਿਰਗੁਣ ਬੋਧ, ਮੈਂ ਵੀ ਸਰਗੁਣ ਨਿਰਗੁਣ। ਜਿਉਂ-ਜਿਉਂ ਗਿਆਨ ਦਾ ਦੀਪਕ ਜਲਦਾ ਹੈ, ਅਗਿਆਨ ਜਾਂਦਾ ਹੈ, ਅਸੀਂ ਗਹਿਰਾਈ ਵਿੱਚ ਜਾਂਦੇ ਹਾਂ। ਜਿਉਂ-ਜਿਉਂ ਅਸੀਂ ਗਹਿਰਾਈ ਵਿੱਚ ਜਾਂਦੇ ਹਾਂ, ਤਿਉਂ-ਤਿਉਂ ਸਾਡੀ ਆਤਮਾ ਜਿਹੜੀ ਹੈ ਉਹ ਜ਼ਿਆਦਾ ਖੁੱਲਦੀ ਹੈ, ਓਪਨ ਹੁੰਦੀ ਹੈ, ਔਰ ਉਹ ਫਿਰ ਅਸੀਂ ਬਲਿਸ ਆਨੰਦ ਐਕਸਪੀਰੀਅੰਸ ਕਰਦੇ ਹਾਂ। ਮੇਨਲੀ ਇਹ ਕਿ ਉਹਦੀ ਸਮਝ ਜਦੋਂ ਆ ਜਾਂਦੀ ਹੈ, ਔਰ ਫਿਰ ਉਹ ਸਾਨੂੰ ਜਦੋਂ ਜੀਵਨ ਨੂੰ ਲਾਗੂ ਹੋ ਜਾਂਦੀ ਹੈ ਤੇ ਜੀਵਨ ਬਦਲ ਜਾਂਦਾ। ਤੁਹਾਨੂੰ ਪਤਾ ਗੁਰੂ ਨਾਨਕ ਦੇਵ ਜੀ ਜਦੋਂ ਇੱਕ ਜਗ੍ਹਾ ਤੇ ਗਏ ਤੇ ਉੱਥੇ ਲੋਕਾਂ ਨੇ ਬੜੀ ਖਾਤਰ ਕੀਤੀ, ਬੜੇ ਅੱਛੇ ਸੀ ਲੋਕੀ। ਉੱਥੇ ਕਹਿਣ ਲੱਗੇ ਉੱਜੜ ਜਾਓ। ਅਗਲੀ ਥਾਂ ਤੇ ਗਏ ਤੇ ਉਹਨਾਂ ਨੇ ਬਿਲਕੁਲ ਅੱਛਾ ਟ੍ਰੀਟ ਨਹੀਂ ਕੀਤਾ, ਤੇ ਉੱਥੇ ਕਹਿਣ ਲੱਗੇ ਵਸਦੇ ਰਹੋ। ਤੇ ਮਰਦਾਨਾ ਕਹਿਣ ਲੱਗਾ ਇਹ ਕੀ ਗੱਲ ਹੋਈ ਕਿ ਜਿਨ੍ਹਾਂ ਨੇ ਤੁਹਾਨੂੰ ਇੰਨੀ ਅੱਛੀ ਤਰ੍ਹਾਂ ਸਵਾਗਤ ਕੀਤਾ, ਉਹਨਾਂ ਨੂੰ ਤੁਸੀਂ ਕਿਹਾ ਉੱਜੜ ਜਾਓ, ਇਹਨਾਂ ਨੂੰ ਕਿਹਾ ਤੁਸੀਂ ਵਸਦੇ ਰਹੋ। ਉਹਨਾਂ ਨੇ ਕਿਹਾ ਕਿ ਜਿੱਥੇ ਜਿੱਥੇ ਉਹ ਲੋਕੀ ਜਾਣਗੇ ਉਹ ਗਿਆਨ ਫੈਲਾਉਣਗੇ, ਉਹ ਅੱਛਾਈ ਫੈਲਾਉਣਗੇ, ਦੂਸਰੇ ਲੋਕੀ ਉਹਨੂੰ ਗ੍ਰਹਿਣ ਕਰਨਗੇ। ਇਹ ਲੋਕੀ ਜਿਹੜੇ ਨੇ ਜਿੱਥੇ ਜਾਣਗੇ ਉਹ ਨੈਗੇਟਿਵਿਟੀ ਫੈਲਾਉਣਗੇ। ਸੋ ਜਿਹੜਾ ਪੋਜ਼ਿਟਿਵ ਗਿਆਨ ਹੈ ਉਹਦੀ ਬੜੀ ਸ਼ਕਤੀ ਹੈ। ਇਹ ਤੇ ਮੈਂ ਤੁਹਾਨੂੰ ਇੱਕ ਕਲੀਅਰ ਐਗਜ਼ਾਮਪਲ ਦੇਣੀ ਆ ਕਿ ਕਿਸ ਲੈਵਲ ਤੇ ਸਾਡੀ ਚੇਤਨਾ ਕੰਮ ਕਰਦੀ ਹੈ।
चेतना कह लो, कॉन्शियसनेस कह लो, मतलब कुछ भी कह लो, इको ही गल है। शक्ति कह लो, इको ही चीज है। सो थोड़ा जिहा हुण असीं ब्रॉडन हो जावांगे, सारे नावां नूं समझ के समझ लांगे चीज इको ही है, भावें असीं ओनूं किन्ने नावां नाल पुकारीए। सो ਉਹ शक्ति ਜਿਹੜੀ है ਉਹ कॉन्शियसनेस ਜਿਹੜਾ किस तरह काम करता है, ਉਹਨੂੰ क्लैरीफाई करने वास्ते, ताकि मन ਜਿਹੜਾ है ਉਹ बड़े उपरले लैवल ते हुंदा है, हौली हौली गहराई विच जांदा है। लेकिन शुरू सानू ਉਹਨੂੰ बड़े आसान तरीके नाल सारियां एग्जाम्पल दे के समझाना पैंदा, ताकि जदों एक बारी समझ जांदा है फिर वो गहराई जिहड़ी ओ परमानेंट हो जाती है। सो एक साडा कॉन्शियस माइंड है या कॉन्शियसनेस है, वो कॉन्शियस जिहड़ा है, जिन्ना भी असी काम कर रहे हैं, जिन्नियां भी साडियां सेंसिस ने, ये 10% अगे भी एक बार मैं डिस्कस किया सी, 10% ਇਹਦੇ ਨਾਲ ਅਸੀਂ ਆਪਣਾ ਸਾਰਾ ਕੰਮ ਚਲਾ ਲੈਨੇ ਆ। ਇਹਦੇ ਵਿੱਚ ਸਾਨੂੰ ਬਹੁਤੇ ਅਧਿਆਤਮਿਕ ਦੀ ਲੋੜ ਨਹੀਂ ਹੁੰਦੀ, ਚੱਲ ਜਾਂਦਾ। ਔਰ ਇਹ ਸਾਡਾ ਕੌਨਸ਼ੀਅਸ ਮਾਈਂਡ ਹੈ, ਔਰ ਜਿਹੜਾ ਸਾਡਾ ਕੌਨਸ਼ੀਅਸ ਮਾਈਂਡ ਹੈ ਉਹੀ ਸਾਡਾ ਮਨ ਹੈ। ਸਾਰਾ ਸਾਡਾ ਕੰਮ ਜਿਹੜਾ ਮਨ ਦੇ ਲੈਵਲ ਤੇ ਹੁੰਦਾ, ਜਿਸ ਸਟੇਜ ਤੇ ਸਾਡਾ ਮਨ ਹੈ, ਜਿਸ ਸਟੇਜ ਤੇ ਸਾਡੀ ਸਮਝ ਹੈ, ਸਾਡੀ ਦੁਨੀਆ ਹੋਈ ਹੈ। ਸੋ ਇਹ ਜਿਹੜਾ ਲੈਵਲ ਹੈ, ਇਸ ਲੈਵਲ ਤੇ ਸਾਨੂੰ ਕਿਸੇ ਗਹਿਰਾਈ ਵਿੱਚ ਜਾਣ ਦੀ ਲੋੜ ਨਹੀਂ ਹੁੰਦੀ। ਔਰ ਇਹ ਲੈਵਲ ਜਿਹੜਾ ਇਹ ਹੈਗਾ ਜਿਹੜਾ ਕਿ ਆਮ ਅਸੀਂ ਜਿੱਥੇ ਫਸੇ ਹੋਏ ਆ, ਜਿਹਨੂੰ ਅਸੀਂ ਕਹਿੰਦੇ ਆ ਹਉਮੈ ਹੰਕਾਰ, ਜਿੰਨੇ ਵੀ ਇਸ ਲੈਵਲ ਤੇ ਅਸੀਂ ਕੰਮ ਕਰਨੇ ਆ, ਉਹਨੂੰ ਅਸੀਂ ਸਰੀਰਕ ਲੈਵਲ ਕਹਿ ਲਈਏ ਜਾਂ ਕੌਨਸ਼ੀਅਸ ਲੈਵਲ ਕਹਿ ਲਈਏ, ਕੋਈ ਗੱਲ ਨਹੀਂ। ਜਿੰਨੇ ਵੀ ਅਸੀਂ ਕੰਮ ਕਰ ਰਹੇ ਆ ਉਹ ਹੰਕਾਰ ਦੇ ਅਧੀਨ ਹੁੰਦੇ ਨੇ। ਭਾਵੇਂ ਮੋਟੀ ਤਰ੍ਹਾਂ ਸਮਝਣ ਵੀ ਸਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਇੰਨੇ ਹੰਕਾਰੀ ਹਾਂ, ਬਟ ਸੂਖਸ਼ਮ ਤੌਰ ਤੇ ਮੇਰੀਆਂ ਜਿਹੜੀਆਂ ਸਾਰੀਆਂ ਡਿਜ਼ਾਇਰਸ ਨੇ, ਮੇਰੀ ਪੋਜੀਸ਼ਨ, ਮੇਰੀ ਰੈਪੂਟੇਸ਼ਨ, ਮੇਰਾ ਕਾਰੋਬਾਰ, ਮੇਰੀ ਸਕਸੈਸ, ਇਹ ਸਭ ਕੁਝ ਜਿਹੜਾ ਹੈ ਇਸ ਲੈਵਲ ਤੇ ਇਹ ਸਾਰਾ ਹੰਕਾਰ ਲੈਵਲ ਤੇ ਚੱਲ ਰਿਹਾ। ਪਰ ਇਹਦੇ ਵਿੱਚ ਮਤਲਬ ਅਸੀਂ ਜੇਕਰ ਕਹੀਏ ਵੀ ਇਹ ਕਿਉਂ ਹੈ, ਤੇ ਇਹ ਬਣਤਰ ਹੈਗੀ ਹੈ, ਕੁਦਰਤ ਦੀ ਜਿਹੜੀ ਬਣਤਰ ਹੈ ਉਹ ਇਸ ਤਰ੍ਹਾਂ ਦੀ ਹੈਗੀ ਹੈ, ਕਿਉਂਕਿ ਜੇ ਅਸੀਂ ਇਹਦੇ ਵਿੱਚ ਨਹੀਂ ਆਉਣਾ ਹੁੰਦਾ ਤੇ ਸਾਡਾ ਜਨਮ ਹੀ ਨਹੀਂ ਹੁੰਦਾ। ਜਨਮ ਹੀ ਤਾਂ ਹੋਇਆ ਕਿਉਂਕਿ ਸਾਡੇ ਪਿਛਲੇ ਜਿਹੜੇ ਕਰਮ ਸੀ ਉਹਦੇ ਹਿਸਾਬ ਨਾਲ ਅਸੀਂ ਕੁਦਰਤ ਵਿੱਚ ਆਏ ਹਾਂ। ਇਹ ਰਜੋ ਸਤੋ ਤਮੋ ਦੇ ਵਿੱਚ ਇਹ ਗੁਣ ਸਾਡੇ ਵਿੱਚ ਹੈਗੇ ਨੇ, ਔਰ ਇੱਕ ਕੁਦਰਤੀ ਤੌਰ ਤੇ ਹੈਗਾ। ਮੈਂ ਇਹ ਨਹੀਂ ਕਹਿ ਸਕਦੇ ਅਸੀਂ ਕਿ ਇਹਦੇ ਵਿੱਚ ਜ਼ਿਆਦਾ ਹੰਕਾਰ ਹੈ ਤੇ ਇਹਦੇ ਥੋੜਾ ਹੰਕਾਰ ਹੈ। ਆਪਣਾ ਅੰਡਰਲਾਈਨ ਲੈਵਲ ਤੇ ਹੰਕਾਰ ਹੀ ਸਾਰਾ ਕੰਮ ਕਰ ਰਿਹਾ, ਜਿਹੜਾ ਕਿ ਬੋਡੀ ਕੌਨਸ਼ੀਅਸਨੈਸ ਦੇ ਹੋਣ ਤੇ ਆ। ਅਗਲਾ ਲੈਵਲ ਹੈ ਅਨਕੌਨਸ਼ੀਅਸਨੈਸ। ਵਾਟ ਇਜ਼ ਅਨਕੌਨਸ਼ੀਅਸਨੈਸ? ਜਿੱਥੇ ਮੈਨੂੰ ਕੁਝ ਪਤਾ ਨਹੀਂ। ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਸਲੀਪ। ਸਲੀਪ ਵਿੱਚ ਮੈਂ ਪੂਰੀ ਤਰ੍ਹਾਂ ਬੇਹੋਸ਼ ਹਾਂ। ਰਾਤ ਨੂੰ ਜਿੰਨੇ ਗਿਆਨ ਨਾਲ ਮੈਂ ਸੁੱਤਾ ਸੀ, ਸਵੇਰੇ ਮੈਂ ਉੱਠਾਂਗਾ ਓਨਾ ਹੀ ਗਿਆਨ ਹੋਏਗਾ। ਸੁੱਤਿਆਂ ਮੈਨੂੰ ਕੋਈ ਗਿਆਨ ਦੀ ਡਿਵੈਲਪਮੈਂਟ ਨਹੀਂ ਹੋਈ। ਤੀਸਰੀ ਅਵਸਥਾ ਜਿਹੜੀ ਹੈ ਉਹ ਹੀ ਅਵਸਥਾ ਹੈ ਜਿਹੜੀ ਕਿ ਅਸੀਂ ਅਧਿਆਤਮ ਦੀ ਅਵਸਥਾ ਹੈ। ਉਹਨੂੰ ਸੁਪਰ ਕੌਨਸ਼ੀਅਸਨੈਸ ਕਿਹਾ ਗਿਆ, ਹਾਈਐਸਟ ਕੌਨਸ਼ੀਅਸਨੈਸ। ਲੇਕਿਨ ਸੁਪਰ ਕੌਨਸ਼ੀਅਸਨੈਸ ਦੀਆਂ ਸਟੇਜਿਸ ਨੇ, ਜਿਸ ਤਰ੍ਹਾਂ ਅਸੀਂ ਉਦੋਂ ਡਿਸਕਸ ਕੀਤੀਆਂ ਸੀ 5 ਸਟੇਜਿਸ, ਕਿ ਅੰਨਮਈ ਕੋਸ਼ ਐਂਡ ਪ੍ਰਾਣਮਈ ਕੋਸ਼। ਇਹ 5 ਸਟੇਜਿਸ ਜਿਹੜੀਆਂ ਸੀ ਇਹ ਕੌਨਸ਼ੀਅਸਨੈਸ ਦੀਆਂ ਸੀ। ਤਾਂ ਉਹਦੇ ਵਿੱਚ ਹੁਣ ਅਸੀਂ ਕਹੀ ਕਿ ਚੇਤਨ ਕੀ ਹੈ। ਚੇਤਨ ਤੇ ਜਿਹੜਾ ਆਰਡੀਨਰੀ ਕੌਨਸ਼ੀਅਸਨੈਸ ਹੈ ਉਹ ਵੀ ਚੇਤਨ ਹੈ, ਤੇ ਜਿਹੜਾ ਸੁਪਰ ਕੌਨਸ਼ੀਅਸਨੈਸ ਹੈ ਉਹ ਵੀ ਚੇਤਨ ਹੈ,
पर वो चेतनता दियां कॉन्शियसनेस दियां डेवलप स्टेजेस ਜਿਹੜੀਆਂ ਨੇ ਵੱਖਰੀਆਂ ਵੱਖਰੀਆਂ। ਸੋ ਇਹ ਸਟੇਜ ਜਿਹੜੀ ਸੁਪਰ ਕੌਨਸ਼ੀਅਸ ਦੀ ਸਟੇਟ ਹੈਗੀ ਹੈ, ਇਹਦੇ ਤੱਕ ਪਹੁੰਚਣ ਵਾਸਤੇ ਸਾਨੂੰ ਗਿਆਨ ਦਾ ਸਹਾਰਾ ਲੈਣਾ ਪੈਂਦਾ ਹੈ। ਕਿ ਦੀਪਕ ਜਲੇ ਅੰਧੇਰਾ ਜਾਏ, ਜਿਉਂ-ਜਿਉਂ ਗਿਆਨ ਦਾ ਦੀਪਕ ਜਲਦਾ ਹੈ ਤੇ ਅਗਿਆਨਤਾ ਦਾ ਅੰਧੇਰਾ ਜਾਂਦਾ ਹੈ। ਸਾਨੂੰ ਸਮਝ ਲੱਗਦੀ ਹੈ ਕਿ ਇਹ ਸਾਰਾ ਕੁਝ ਕੀ ਹੈ, ਮੈਂ ਕੀ ਹਾਂ, ਅੰਦਰ ਕੀ ਹੈ, ਬਾਹਰ ਕੀ ਹੈ, ਸਭ ਕੁਝ ਕਿਵੇਂ ਵਸ ਰਿਹਾ। ਤੁਹਾਨੂੰ ਮੈਂ ਇੱਕ ਵਿਵੇਕਾਨੰਦ ਦਾ enlightenment ਦਾ ਐਕਸਪੀਰੀਅੰਸ ਦੱਸਣੀ ਆ, ਉਹਨੇ ਆਪ ਐਕਸਪਲੇਨ ਕੀਤਾ। ਇਟਸ ਵੈਰੀ ਇੰਟਰਸਟਿੰਗ ਔਰ ਇਹ ਸਾਨੂੰ ਬੜੀ ਹੈਲਪ ਕਰੇਗਾ ਆਪਣੇ ਆਪ ਨੂੰ ਸਮਝਣ ਦੇ ਵਿੱਚ। ਵਿਵੇਕਾਨੰਦ ਬਹੁਤ ਹੀ ਪੜ੍ਹਿਆ ਲਿਖਿਆ ਸੀ, ਬੜਾ ਇੰਟੈਲੀਜੈਂਟ ਸੀ ਔਰ ਉਹਨੂੰ ਸ਼ੁਰੂ ਤੋਂ ਇੱਕ ਖੋਜ ਸੀ ਕਿ ਇਹ ਰੱਬ ਰੱਬ ਕਹਿੰਦੇ ਨੇ, ਰੱਬ ਹੈ ਵੀ ਕਿ ਨਹੀਂ। ਉਹਨੂੰ ਹਮੇਸ਼ਾ ਡਾਊਟ ਰਹਿੰਦਾ ਸੀ। ਐਂਡ ਹੀ ਵਾਜ਼ ਅ ਪਰਸਨ ਹੂ ਵਾਜ਼ ਅ ਬਲਾਈਂਡ ਬਿਲੀਵਰ ਕਿ ਬਈ ਮੈਨੂੰ ਕਹਿੰਦੇ ਰੱਬ ਹੈ ਤੇ ਮੈਂ ਮੰਨ ਜਾਣਾ, ਕਿ ਉਹਨੇ ਨਹੀਂ ਮੰਨਦਾ ਸੀ। ਕਹਿੰਦਾ ਮੇਰੇ ਕੋਲ ਕੋਈ ਪ੍ਰੂਫ ਨਹੀਂ ਕਿ ਰੱਬ ਹੈ। ਸੋ ਉਹ ਮਤਲਬ ਲੋਕਾਂ ਨੂੰ ਪੁੱਛਦਾ ਰਹਿੰਦਾ ਸੀ ਕਿ ਕੈਨ ਯੂ ਪ੍ਰੂਵ ਗੋਡ, ਕੈਨ ਯੂ ਪ੍ਰੂਵ ਗੋਡ, ਤੇ ਉਹਨੂੰ ਕਿਸੇ ਕੋਲੋਂ ਜਵਾਬ ਇਹਦਾ ਨਹੀਂ ਸੀ ਮਿਲਦਾ। ਇੱਕ ਵਾਰੀ ਉਹ ਰਾਮਾ ਕ੍ਰਿਸ਼ਨਾ ਦੇ ਕੋਲ ਗਿਆ ਤੇ ਰਾਮਾ ਕ੍ਰਿਸ਼ਨਾ ਬੈਠੇ ਹੋਏ ਸੀ ਆਪਣੇ ਆਪ ਵਿੱਚ, ਉਹਨਾਂ ਨੇ ਕੁਛ ਨਹੀਂ ਕਿਹਾ। ਤੇ ਇਹ ਵਿਵੇਕਾਨੰਦ ਆਪਣੇ ਕਿਸੇ ਦੋਸਤ ਨਾਲ ਗੱਲ ਕਰ ਰਿਹਾ ਸੀ ਰੱਬ ਬਾਰੇ, ਔਰ ਰੱਬ ਬਾਰੇ ਗੱਲ ਕਰਕੇ ਮਜ਼ਾਕ ਕਰ ਰਿਹਾ ਸੀ, ਮਜ਼ਾਕ ਕਰਕੇ ਹੱਸ ਰਿਹਾ ਸੀ। ਐਂਡ ਰਾਮਾ ਕ੍ਰਿਸ਼ਨਾ ਕੋਲ ਬੈਠੇ ਹੋਏ ਬਜਾਏ ਦੇ ਕਿ ਉਹਨਾਂ ਨੂੰ ਆਪਣਾ ਗਲਤ ਕਹਿੰਦੇ ਜਾਂ ਡਾਂਟਦੇ ਜਾਂ ਕੁਛ ਕਰਦੇ, ਰਾਮਾ ਕ੍ਰਿਸ਼ਨਾ he went into deep samadhi. When he went into deep samadhi, Vivekananda totally transformed ਹੋ ਗਿਆ। ਉਹਨਾਂ ਨੇ ਆਪਣੀ ਡੀਪ ਸਮਾਧੀ ਦੀ ਜਿਹੜੀ એનર્ਜੀ ਸੀ ਉਹ ਵਿਵੇਕਾਨੰਦ ਤੇ ਪਾ ਦਿੱਤੀ। ਜਦੋਂ ਉਹਨਾਂ ਨੇ ਆਪਣੀ એનર્ਜੀ ਵਿਵੇਕਾਨੰਦ ਤੇ ਪਾ ਦਿੱਤੀ, ਵਿਵੇਕਾਨੰਦ went into deep samadhi. ਉਹਨੂੰ ਹੋਸ਼ ਹੀ ਨਹੀਂ ਰਹੀ ਦੁਨੀਆ ਜਾਣਦੀ ਕਿ ਹੈ ਕੀ ਹੈ ਤੇ ਕੀ ਨਹੀਂ। ਜਦੋਂ ਉਹਨੂੰ ਹੋਸ਼ ਆਈ, ਉਹਨੂੰ ਸਮਝ ਹੀ ਨਾ ਲੱਗੇ ਕਿ ਸਭ ਕੁਝ ਕੀ ਹੋਇਆ। ਉਹ ਘਰ ਗਿਆ, ਰੋਟੀ ਖਾਣ ਲੱਗਾ। ਜਿਹੜੀ ਚੀਜ਼ ਅੱਗੇ ਆਵੇ ਉਹਨੂੰ ਲੱਗਿਆ ਤੇ ਰੱਬ ਹੈ। ਇਹ ਥਾਲੀ ਵੀ ਰੱਬ ਹੈ, ਇਹ ਰੋਟੀ ਵੀ ਰੱਬ ਹੈ, ਇਹ ਦਾਲ ਵੀ ਰੱਬ ਹੈ। ਉਹ ਸੋਚਦਾ ਸੋਚਦਾ ਫੇਂਟ ਹੋਇਆ, ਸਮਾਧੀ ਚਲਾ ਗਿਆ। ਉਹਦੀ ਮਾਂ ਸੋਚਣ ਲੱਗੀ ਕਿ ਇਹਨੂੰ ਤਾਂ ਕੋਈ ਬਿਮਾਰੀ ਹੈ ਤੇ ਬਿਲਕੁਲ ਮਰਨ ਵਾਲਾ, ਇਹਨੇ ਬਚਣਾ ਨਹੀਂ ਹੈਗਾ। ਸੋ ਬਹੁਤ ਹੀ ਦੇਰ ਤੱਕ ਉਹ ਇਸੇ ਬਹੁਤ ਜ਼ਿਆਦਾ ਗਹਿਰਾਈ ਵਿੱਚ ਚਲਾ ਗਿਆ। ਵਜ੍ਹਾ ਕੀ ਸੀ ਕਿ ਬੜਾ ਇੰਟੈਲੀਜੈਂਟ ਸੀ। ਜਦੋਂ ਗ੍ਰਾਸ ਨਹੀਂ ਸੀ ਕਰਦਾ, ਸ਼ੱਕ ਸੀ ਤੇ ਪੂਰੇ ਸ਼ੱਕ ਵਿੱਚ ਰਿਹਾ। ਲੇਕਿਨ ਜਦੋਂ ਸ਼ੱਕ ਦੂਰ ਹੋਇਆ ਤੇ ਪੂਰਾ ਹੀ ਸ਼ੱਕ ਦੂਰ ਹੋ ਗਿਆ, ਕਿਉਂਕਿ ਅੰਦਰੋਂ ਤੇ ਸਫਾਈ ਹੋਈ ਸੀ, ਕਲੀਨਲੀਨੈਸ, ਪਿਓਰਿਟੀ ਇੰਨੀ ਆਈ ਹੋਈ ਸੀ। ਉਹ ਸਿਰਫ ਪਿਓਰਿਟੀ ਦੀ ਜ਼ਰੂਰਤ ਸੀ, ਟੱਚ ਕਰਨ ਦੀ ਜ਼ਰੂਰਤ ਸੀ। ਕਿ ਬਹੁਤ ਦੇਰ ਤੱਕ ਉਹਦੀ ਇਹ ਹਾਲਤ ਰਹੀ ਕਿ ਉਹਨੂੰ ਇਹ ਦੱਸਿਆ ਕਿ ਜੋ ਕੁਝ ਵੀ ਹੈ ਉਹ ਰੱਬ ਹੈ। ਸੋ ਦੈਨ ਰਾਮਾ ਕ੍ਰਿਸ਼ਨਾ ਨੇ ਕਿਹਾ ਕਿ ਹੁਣ ਮੈਂ ਤੈਨੂੰ ਅਗਲੀ ਸਟੇਜ ਤੇ ਨਹੀਂ ਲੈ ਜਾਣਾ, ਕਿਉਂਕਿ ਅਗਲੀ ਸਟੇਜ ਉਹ ਹੋਵੇ ਕਿ ਜਦੋਂ ਤੂੰ ਦੁਨੀਆ ਛੱਡ ਕੇ ਤੇ ਆਪਣਾ ਇਹਦੇ ਵਿੱਚ ਲੱਗ ਜਾਏਗਾ। ਅਜੇ ਤੂੰ ਦੁਨੀਆ ਦਾ ਬੜਾ ਭਲਾ ਕਰ ਲਿਆ। ਰਾਮਾ ਕ੍ਰਿਸ਼ਨਾ ਆਪ ਤੇ ਅਨਪੜ੍ਹ ਸੀ ਪਰ ਬਹੁਤ ਪਹੁੰਚੇ ਹੋਏ ਸੀ। ਲੇਕਿਨ ਉਹਨਾਂ ਨੇ ਕਿਹਾ ਕਿ ਵਿਵੇਕਾਨੰਦ ਬਹੁਤ ਪੜ੍ਹਿਆ ਲਿਖਿਆ ਔਰ ਜਿਹੜਾ ਬਹੁਤ ਪਹੁੰਚਿਆ ਹੋਇਆ ਸੰਤ ਹੁੰਦਾ ਹੈ ਨਾ, ਕੁਛ ਤੇ ਆਪਣੇ ਆਪ ਵਿੱਚ ਹੀ ਰਹਿ ਜਾਂਦੇ ਨੇ, ਕੁਝ ਸੋਚਦੇ ਨੇ ਕਿ ਇਹ ਅਸੀਂ ਦੁਨੀਆ ਤੇ ਵੰਡਣਾ, ਇਸ ਤੋਂ ਵੱਡਾ ਦਾਨ ਹੋਰ ਹੈ ਕੋਈ। ਸੋ ਰਾਮਾ ਕ੍ਰਿਸ਼ਨਾ ਨੇ ਕਿਹਾ ਕਿ ਅਜੇ ਮੈਂ ਤੈਨੂੰ ਅਖੀਰੀ ਸਟੈਪ ਨਹੀਂ ਦੇਣਾ, ਮੈਂ ਆਪਣੇ ਕੋਲ ਹੀ ਰੱਖਣਾ। ਹੁਣ ਤੂੰ
ਵੈਸਟ ਵਿੱਚ ਜਾ ਕੇ ਅਧਿਆਤਮ ਦਾ ਗਿਆਨ ਦੇ। ਸੋ ਉਹਦੀ ਜਿਹੜੀ ਪਹਿਲੀ ਸਪੀਚ ਸੀ, ਜਦੋਂ ਇਹ ਆਇਆ ਇੱਥੇ ਅਮਰੀਕਾ ਵਿੱਚ, ਲੋਕੀ ਉਹਨੂੰ ਪੱਥਰ ਮਾਰਦੇ ਸੀ। ਉਹਨੇ ਡਰੈਸ ਜਿਹੜਾ ਸੀ ਉਹ ਸੰਨਿਆਸੀ ਵਾਲਾ ਪਾਇਆ ਸੀ ਤੇ ਪਰਸਨੈਲਿਟੀ ਉਸ ਤਰ੍ਹਾਂ ਹੀ ਲੱਗਦੀ ਸੀ। ਪਰ ਜਦੋਂ ਉਹਨੇ ਪਹਿਲੀ ਸਪੀਚ ਦਿੱਤੀ ਸ਼ਿਕਾਗੋ ਦੇ ਵਿੱਚ, ਤੇ ਉਸ ਤੋਂ ਬਾਅਦ ਇੰਨੀ ਰੈਕਗਨੀਸ਼ਨ ਹੋਈ ਕਿ ਦੁਨੀਆ ਸ਼ਸ਼ਕਾਰ ਹੋ ਗਈ। ਸੋ ਮੇਰੇ ਇਹ ਸਾਰੇ ਕਹਿਣ ਦਾ ਮਤਲਬ ਕੀ ਹੈ? ਮੇਰੇ ਸਾਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਗਿਆਨ ਨੂੰ ਸਮਝ ਕੇ ਆਪਣੇ ਪ੍ਰੈਕਟੀਕਲ ਜੀਵਨ ਵਿੱਚ ਲਿਆਉਂਦੇ ਹਾਂ, ਔਰ ਉਹਦੀ ਸਾਧਨਾ ਠੀਕ ਤਰੀਕੇ ਨਾਲ ਜੇ ਹੋਵੇ, ਤੇ ਪ੍ਰੈਕਟੀਕਲ ਜੀਵਨ ਦੀ ਇੰਨੀ ਫਿਰ ਇਹ ਨਹੀਂ ਕਿ ਬਈ ਅਸੀਂ ਪ੍ਰੈਕਟੀਕਲ ਜੀਵਨ ਕੇ ਅਸੀਂ ਗ੍ਰਸਥ ਵਿੱਚ ਹੀ ਬਿਲਕੁਲ ਟੋਟਲੀ ਫਸੇ ਰਹੀਏ। ਸਾਡਾ ਬਹੁਤ ਸਾਰਾ ਧਿਆਨ ਜਦੋਂ ਪਰਮਾਤਮਾ ਵੱਲ ਹੋ ਜਾਂਦਾ ਹੈ, ਇੱਕ ਬੜੀ ਸਾਇੰਟੀਫਿਕ ਸਮਝ, ਇੱਕ ਬੜੀ ਗਹਿਰੀ ਸਮਝ ਜਿਹੜੀ ਕਿ ਮੈਨੂੰ ਸਿਰਫ ਗਿਆਨ ਨਾ ਹੋਵੇ, ਉਹ ਮੈਂ ਬਣ ਜਾਵਾਂ, ਉਹ ਮੇਰਾ ਹਿੱਸਾ ਬਣ ਜਾਏ। ਸੋ ਇਹ ਜਿਹੜਾ ਕੌਨਸ਼ੀਅਸਨੈਸ ਹੈ ਜਾਂ એનર્ਜੀ ਹੈ ਜਿਹੜੀ ਵਰਕ ਕਰ ਰਹੀ ਹੈ ਮੇਰੇ ਅੰਦਰ ਵੀ ਤੇ ਬਾਹਰ ਵੀ, ਉਹ ਬੜੀ ਇੰਟੈਲੀਜੈਂਟ ਹੈ, ਬੜੀ ਇੰਟੈਲੀਜੈਂਟ ਹੈ। ਉਹ ਤੁਸੀਂ ਜਿੰਨਾ ਔਰ ਜਿਸ ਤਰ੍ਹਾਂ ਸਮਝਿਆ, ਓਨੀ ਹੀ ਤੁਹਾਡੇ ਅੰਦਰ ਡਿਵੈਲਪਮੈਂਟ ਹੋ ਜਾਏਗੀ, ਔਰ ਓਨਾ ਹੀ ਫਰਦਰ ਤੁਸੀਂ ਸ਼ੁਰੂ ਦੀਆਂ ਸਟੇਜਿਸ ਥੋੜੀਆਂ ਬਲਕਿ ਸਲੋ ਨੇ ਔਰ ਮੁਸ਼ਕਿਲ ਨੇ। ਤੁਸੀਂ ਇਹ ਸਮਝ ਲਓ ਕਿ ਪ੍ਰਾਇਮਰੀ ਕਲਾਸ ਤੱਕ ਮੁਸ਼ਕਿਲ ਹੈ। ਜਦੋਂ ਮਿਡਲ ਵਿੱਚ ਚਲੇ ਜਾਓਗੇ ਇਟ ਬਿਕਮਸ ਈਜ਼ੀਅਰ। ਜਦੋਂ ਤੁਸੀਂ ਹਾਇਰ ਉਸ ਤੋਂ ਚਲੋਗੇ ਬਿਕਮ ਮਚ ਈਜ਼ੀਅਰ। ਫਿਰ ਤੁਹਾਡੀ ਸਮਝ ਅੰਦਰੋਂ ਆਣੀ ਸ਼ੁਰੂ ਹੋ ਜਾਏਗੀ। ਫਿਰ ਤੁਹਾਨੂੰ ਕੋਈ ਲੈਕਚਰ ਨਹੀਂ ਸੁਣਨਾ ਪਏਗਾ, ਕੁਝ ਬਾਹਰ ਨਹੀਂ ਜਾਣਾ ਪਏਗਾ। ਤੁਹਾਡਾ ਮਨ ਕਰੇਗਾ ਮੈਂ ਅੰਦਰ ਹੀ ਬੈਠ ਕੇ ਆਪਣੇ ਆਪ ਵਿੱਚ ਸਭ ਕੁਝ ਸਮਝ ਰਿਹਾ। ਸੋ ਇਹ ਸਟੇਜ ਜਿਹੜੀ ਹੈਗੀ ਹੈ, ਜਿਹੜੀ ਅਸੀਂ ਟੌਪਿਕ ਲਿਆ ਹੋਇਆ ਹੈ ਕਿ ਪਰਮਾਤਮਾ ਨੂੰ ਮੈਂ ਅੰਦਰੋਂ ਬਾਹਰੋਂ ਦੇਖਣਾ ਨਹੀਂ, ਉਸ ਭਾਵ ਵਿੱਚ ਆਣਾ, ਉਸ ਅਨੁਭਵ ਵਿੱਚ ਆਣਾ, ਉਹਨੂੰ ਐਕਸਪੀਰੀਅੰਸ ਕਰਨਾ। ਔਰ ਸ਼ੁਰੂ ਚ ਐਕਸਪੀਰੀਅੰਸ ਥੋੜਾ ਮੁਸ਼ਕਿਲ ਲੱਗਦਾ ਹੈ। ਇਹ ਵੀ ਲੱਗਦਾ ਹੈ ਕਿ ਬਈ ਇਹ ਨਹੀਂ ਹੋ ਸਕਦਾ, ਬਟ ਕੀ ਹੈ ਕਿ ਕਰਦਿਆਂ ਥੋੜੀ ਦੇਰ ਕਰਨ ਤੋਂ ਬਾਅਦ ਹੀ ਫਿਰ ਆਨੰਦ ਇੰਨਾ ਬਣ ਜਾਂਦਾ ਹੈ ਕਿ ਉਹ ਐਕਸਪੀਰੀਅੰਸ ਕਰਨ ਨੂੰ ਬਾਰ-ਬਾਰ ਮਨ ਕਰਦਾ ਹੈ। ਸੋ ਸ਼ੁਰੂ ਵਿੱਚ ਥੋੜਾ ਲੱਗੇਗਾ, ਲੇਕਿਨ ਇੱਕ ਵਾਰੀ ਜਦੋਂ ਅਸੀਂ ਡੀਪਲੀ ਉਹਨੂੰ ਸੋਚ ਲਿਆ, ਡੀਪਲੀ ਕਿ ਮੈਂ ਕੀ ਹਾਂ, ਮੇਰੇ ਅੰਦਰ ਜੋ ਬੈਠਾ ਹੋਇਆ ਉਹ ਹੀ ਸਭ ਕੁਝ ਹੈ। ਹੁਣ ਤੱਕ ਮੈਂ ਸਮਝਦਾ ਸੀ, ਗੁਰਬਾਣੀ ਵੀ ਪੜ੍ਹਦਾ ਸੀ, ਸਮਝਦਾ ਸੀ ਸਭ ਕੁਝ ਬਹੁਤ ਸੋਹਣਾ ਸੀ, ਬਟ ਹੁਣ ਮੈਨੂੰ ਇੱਕ ਸਟੈਪ ਅੱਗੇ ਜਾਣਾ, ਜਦੋਂ ਕਿ ਮੈਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਨਜ਼ਰ ਹੀ ਨਹੀਂ ਆਇਆ। ਮੈਨੂੰ ਇਹ ਨਹੀਂ ਕਿ ਕੋਈ ਬਲਾਈਂਡਲੀ ਮੈਂ ਦੇਖ ਰਿਹਾ, ਕਿਉਂਕਿ ਇਹ ਰਿਐਲਿਟੀ ਹੈ। ਹੁਣ ਮੈਂ ਰਿਐਲਿਟੀ ਨੂੰ ਦੇਖ ਰਿਹਾ। ਸੋ ਹੁਣ ਅਸੀਂ ਥੋੜਾ ਜਿਹਾ ਨੋਟ ਕੀਤੇ ਹੋਏ ਹੈਗੇ ਨੇ। ਹੁਣ ਜਿਸ ਤਰ੍ਹਾਂ ਅਸੀਂ ਕਈ ਵਾਰ ਕਹਿੰਦੇ ਹਾਂ ਜੋ ਬ੍ਰਹਮੰਡੇ ਸੋਈ ਪਿੰਡੇ, ਇਹ ਬੜਾ ਜ਼ਰੂਰੀ ਇਹ ਸਮਝਣਾ, ਕਿਉਂਕਿ ਮੈਂ ਉਸ ਦਿਨ ਅਸੀਂ ਜੋ ਡਿਸਕਸ ਕੀਤਾ ਸੀ ਉਹ ਸਾਡਾ ਅੰਦਰਲਾ ਰੂਪ ਸੀ। ਅੱਜ ਅਸੀਂ ਕੀ ਡਿਸਕਸ ਕਰ ਰਹੇ ਹਾਂ? ਬਾਹਰਲਾ ਰੂਪ। ਮੇਰਾ ਬਾਹਰਲਾ ਰੂਪ, ਪਰਮਾਤਮਾ ਦਾ ਬਾਹਰਲਾ ਰੂਪ, ਦੋਨੋਂ ਇੱਕੋ ਹੀ ਨੇ, ਦੋ ਨਹੀਂ ਹੈਗੇ। ਕਿਉਂਕਿ ਮੈਂ ਉਹੀ ਹਾਂ ਜੋ ਹੋਵੇ, ਮੈਨੂੰ ਉਹਨੇ ਆਪਣੇ ਆਪ ਤੋਂ ਪੈਦਾ ਕੀਤਾ ਹੈ, ਮੈਂ ਉਸੇ ਬੀਜ ਤੋਂ ਪੈਦਾ ਹੋਇਆ ਹਾਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣੀ ਆ ਬੀਜ ਨੂੰ ਕਲੀਅਰ ਕਰਨ ਵਾਸਤੇ। ਕਿ ਅਸੀਂ ਇੱਕ ਦਰਖਤ ਨੂੰ ਦੇਖਨੇ ਆ, ਪਰ ਜੋ ਅੰਬ ਦਾ ਦਰਖਤ ਅਸੀਂ ਦੇਖਨੇ ਆ ਕਿ ਬੜਾ ਉੱਚਾ ਲੰਬਾ ਹੈ, ਉਹਨੇ ਇੰਨੇ ਅੰਬ ਲੱਗੇ ਹੋਏ ਨੇ। ਹੁਣ ਉਹਦਾ ਬੀਜ ਤੇ ਗਿਟਕ ਹੀ ਹੈ, ਲੇਕਿਨ ਜਦੋਂ ਮੈਂ ਗਿਟਕ ਨੂੰ ਵੇਖਿਆ ਸੀ ਉਦੋਂ ਮੈਨੂੰ ਉਹਦਾ ਐਕਸਪ੍ਰੈਸ਼ਨ ਨਹੀਂ ਸੀ ਪਤਾ ਲੱਗਾ। ਲੇਕਿਨ ਜਦੋਂ ਮੈਂ ਦਰਖਤ ਨੂੰ ਵੇਖਿਆ ਹੈ, ਦਰਖਤ ਨੂੰ ਵੇਖਣ ਤੋਂ ਬਾਅਦ ਮੇਰੇ ਮਨ ਵਿੱਚ ਆਇਆ ਕਿ ਦੇਖੋ ਪਰਮਾਤਮਾ ਦੇ ਰੰਗ, ਇੰਨੀ ਛੋਟੀ ਗਿਟਕ ਤੋਂ ਇੰਨਾ ਵੱਡਾ ਦਰਖਤ ਪੈਦਾ ਹੋ ਗਿਆ, ਔਰ ਇੱਕ ਅੰਬ ਦੀ ਗਿਟਕ ਤੋਂ ਕਈ ਅੰਬ ਲੱਗਦੇ ਨੇ।
बिकॉज परमात्मा ने ਜਿਹੜਾ ਆਪਣੇ ਆਪ ਨੂੰ ਪੈਦਾ ਕੀਤਾ ਹੈ, ਇਟ ਵਾਜ਼ ਇਨ ਬੀਜ ਰੂਪ। ਉਸ ਬੀਜ ਦੇ ਵਿੱਚ ਇੰਨੀ ਸ਼ਕਤੀ ਸੀ, ਇੰਨੀ ਟੈਲੈਂਟ ਸੀ ਕਿ ਉਹ ਕ੍ਰੀਏਸ਼ਨ ਬਣ ਸਕੇ। ਸੋ ਉਹ ਜਿਹੜਾ ਬੀਜ ਹੈ ਉਹ ਕ੍ਰੀਏਸ਼ਨ ਬਣਿਆ, ਔਰ ਉਹੀ ਬ੍ਰਹਮੰਡ ਹੈ। ਸੋ ਜਦੋਂ ਅਸੀਂ ਕਹਿੰਦੇ ਹਾਂ ਜੋ ਬ੍ਰਹਮੰਡੇ ਸੋਈ ਪਿੰਡੇ, which means ਕਿ ਜਦੋਂ ਮੈਂ ਬ੍ਰਹਮੰਡ ਨੂੰ ਸਮਝਾਂਗੀ ਤੇ ਮੈਨੂੰ ਆਪਣੇ ਆਪ ਨੂੰ ਸਮਝਣਾ ਫਿਰ ਬੜਾ ਸੌਖਾ ਹੋ ਜਾਏ। ਹੁਣ ਉਸ ਦਿਨ ਮੈਂ ਸਮਝਿਆ ਕਿ ਉਹ ਮੇਰੇ ਅੰਦਰ ਬੈਠਾ ਸਭ ਕੁਝ ਕਰ ਰਿਹਾ। ਹੁਣ ਉਹਨੂੰ ਮੈਂ ਆਪਣੀ ਜ਼ਿੰਦਗੀ 'ਚ ਇਸ ਤਰ੍ਹਾਂ ਲਿਆਉਣਾ ਹੈ ਕਿ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਬਹੁਤ ਵਾਰੀ ਇਸ ਕਰਕੇ ਦਿੱਤੀ ਹੈ ਕਿ ਇਹਦੇ ਨਾਲ ਕਲੈਰਿਟੀ ਜ਼ਿਆਦਾ ਆਉਂਦੀ। ਫਸਟ ਕਰੋ ਹੁਣ ਮੈਂ ਬੋਲ ਰਹੀ ਹਾਂ, ਹੁਣ ਇੱਕ ਵਾਰ ਮੇਰਾ ਬੋਲਣਾ ਔਰ ਇੱਕ ਮੇਰਾ ਮਹਿਸੂਸ ਕਰਨਾ ਕਿ ਬਈ ਇਹ ਤੇ ਪਰਮਾਤਮਾ ਦੀ ਸ਼ਕਤੀ ਜਾਂ ਕੁਝ, ਬਟ ਇੱਕ ਵੇ ਕਿ ਡੀਪਲੀ ਫੀਲ ਕਰਨਾ ਮੈਂ ਤੇ ਬੋਲ ਹੀ ਨਹੀਂ ਰਹੀ, ਮੈਂ ਬੋਲ ਸਕਦੀ ਹੀ ਨਹੀਂ, ਇਹ ਤਾਂ ਸ਼ਕਤੀ ਹੈ ਜਿਹੜੀ ਬੋਲ ਰਹੀ ਹੈ। ਸੋ ਹੌਲੀ ਹੌਲੀ ਅਸੀਂ ਉਹਦੇ ਵਿੱਚ ਚਲੇ ਜਾਂਦੇ ਹਾਂ ਡੀਪਲੀ। ਪਰ ਹੁਣ ਬ੍ਰਹਮਾਂਡ ਨੂੰ ਜਦੋਂ ਅਸੀਂ ਸਮਝਦੇ ਹਾਂ ਸਾਨੂੰ ਬੜੀ ਹੈਲਪ ਹੁੰਦੀ ਹੈ। ਕੀ ਹੈਲਪ ਹੁੰਦੀ ਹੈ ਕਿ ਜੋ ਕੁਝ ਬਾਹਰੋਂ ਹੋ ਰਿਹਾ, ਮੇਰਾ ਸਾਰਾ ਕੁਝ ਬਾਹਰੋਂ ਹੈਲਪ ਹੋ ਰਹੀ ਹੈ ਤਾਂ ਮੈਂ ਜ਼ਿੰਦਾ ਵਾ। ਇਹ ਪੂਰੇ ਕਾਸਮੋਸ ਵਿੱਚੋਂ, ਪੂਰੇ ਬ੍ਰਹਮਾਂਡ ਵਿੱਚੋਂ ਮੇਰੀ ਹੈਲਪ ਹੋ ਰਹੀ। ਮੈਂ 5 ਤੱਤਾਂ ਦਾ ਬਣਿਆ ਹੋਇਆ, ਉਹ 5 ਤੱਤ ਦਾ ਮੈਂ ਇੱਕ ਵਾਰੀ ਬਣਿਆ, ਪਰ ਸਾਰਾ ਵਕਤ ਮੈਂ ਉਹਨਾਂ 5 ਤੱਤਾਂ ਨੂੰ ਬਾਹਰੋਂ ਯੂਜ਼ ਕਰ ਰਿਹਾ, ਬ੍ਰਹਮਾਂਡ ਵਿੱਚੋਂ ਯੂਜ਼ ਕਰ ਰਿਹਾ। ਪਾਣੀ ਹੈ, ਹਵਾ ਹੈ, अपना अर्थ है, सब कुछ ये मैं बाहरों यूज कर रहा। नॉट ओनली दैट, मैं इस प्रकृति जिहड़ी है ओदा ही रूप हाँ और मैं ओही हाँ। और जो कुछ प्रकृति विच हो रहा है ओही मेरा, ओही मैं हाँ। उस असर नूं मैं जदों देखांगा फिर मैनूं अपनी ज्यादा समझ आएगी। ਅਸੀਂ ਹੁਣ ਦੇਖਨੇ ਆ ਸਭ ਤੋਂ ਵੱਡੀ ਚੀਜ਼ ਕਿ ਜਦੋਂ ਅਸੀਂ ਉਹਦੀ ਵਰਕਿੰਗ ਦੇਖਨੇ ਆ ਫਿਰ ਅਸੀਂ ਕਿਸ ਤਰ੍ਹਾਂ ਉਸ ਸਮਾਜ ਵਿੱਚ ਚਲੇ ਜਾਂਦੇ ਆ। ਇਸ ਕਰਕੇ ਉਹਦੀ ਵਰਕਿੰਗ ਨੂੰ ਸਮਝਣਾ ਬੜਾ ਜ਼ਰੂਰੀ ਹੈ। ਆਇਨਸਟਾਈਨ ਨੇ ਕਿਹਾ ਸੀ ਕਿ ਆਈ ਵਾਂਟ ਟੂ ਨੋ ਮਾਈਂਡ ਆਫ ਗॉड, ਰੈਸਟ ਇਜ਼ ਡਿਟੇਲ, which means ਕਿ ਉਹਦੀ ਵਰਕਿੰਗ ਕੀ ਹੈ, ਉਹ ਵਰਕ ਕਿਸ ਤਰ੍ਹਾਂ ਕਰ ਰਿਹਾ। ਸੋ ਜਿਹੜੀ ਸ਼ਕਤੀ ਵਰਕ ਕਰ ਰਹੀ ਹੈ ਬ੍ਰਹਮਾਂਡ ਦੇ ਵਿੱਚ, ਉਹ ਸ਼ਕਤੀ ਮੇਰੇ ਤੇ ਕੰਮ ਕਰ ਰਹੀ ਹੈ, ਉਹ ਸ਼ਕਤੀ ਮੈਨੂੰ ਬਾਹਰੋਂ ਸਪੋਰਟ ਕਰ ਰਹੀ ਹੈ। ਹੁਣ ਜਦੋਂ ਮੈਂ ਤੁਹਾਨੂੰ ਕਿਹਾ ਕਿ ਮੈਂ ਬੋਲ ਰਹੀ ਹਾਂ ਤੇ ਵਿੱਚ ਮੈਂ ਨਹੀਂ ਬੋਲ ਰਹੀ, ਉਹ ਬੋਲ ਰਿਹਾ। ਬਟ ਨਾਓ ਨੈਕਸਟ ਸਟੈਪ ਇਜ਼ ਕਿ what is around me, outside me, everywhere, and this is which I am living, this is what I am alive। ਇਹ ਪੂਰੀ ਕੁਦਰਤ ਜਿਹੜੀ ਹੈਗੀ ਏ, ਪੂਰੀ ਕੁਦਰਤ ਜਿਹੜੀ ਏ ਉਹ ਮੈਂ ਵਾਂ। ਹੁਣ ਇਹਨੂੰ ਸਮਝਣ ਦੇ ਨਾਲ ਫਿਰ ਜਦੋਂ ਅਸੀਂ ਗੁਰਬਾਣੀ ਪੜ੍ਹਨੇ ਆ ਫਿਰ ਸਾਨੂੰ ਉਹਦੇ ਨਾਲ ਅਸੀਂ ਫਿਰ ਜੁੜ ਜਾਂਦੇ ਆ ਜਦੋਂ ਅਸੀਂ ਇਹਨੂੰ ਸਮਝ ਲਈਏ। ਹੁਣ ਫਰਜ਼ ਕਰੋ ਅਸੀਂ ਇੱਕ ਓਂਕਾਰ ਸਤਨਾਮ ਰੋਜ਼ ਪੜ੍ਹਨੇ ਆ। ਇੱਕ ਓਂਕਾਰ ਸਤਨਾਮ ਐਕਚੁਅਲੀ ਦੇਖਿਆ ਜਾਏ ਤੇ ਇਹ ਵਿਆਖਿਆ ਸਾਰੀ ਜਿਹੜੀ ਗੁਰਬਾਣੀ ਦੀ ਹੈ ਇੱਕ ਓਂਕਾਰ ਸਤਨਾਮ ਦੀ। ਮੈਂ ਤੇ ਦੇਖਿਆ ਇੱਕ ਓਂਕਾਰ ਸਤਨਾਮ ਮੂਲ ਮੰਤਰ ਹੈ। ਮੂਲ ਮੰਤਰ ਜਿਹੜਾ ਉਹ ਜਪਜੀ ਸਾਹਿਬ ਹੈ, ਔਰ ਜਪਜੀ ਸਾਹਿਬ ਦੀ ਵਿਆਖਿਆ ਸਾਰੀ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਹੈ। ਸੋ ਹੁਣ ਅਸੀਂ ਫਰਜ਼ ਕਰੋ ਪਹਿਲੇ 2 ਸ਼ਬਦ ਲੈ ਰਹੇ ਇੱਕ ਓਂਕਾਰ ਸਤਨਾਮ, ਇਹਦੇ ਵਿੱਚ ਸਾਰਾ ਬ੍ਰਹਮਾਂਡ ਆ ਜਾਂਦਾ। ਤੁਸੀਂ ਹੁਣ ਜਦੋਂ ਇੱਕ ਓਂਕਾਰ ਬੋਲਦੇ ਹੋ, ਹੁਣ ਜਦੋਂ ਤੁਸੀਂ ਬੋਲੋਗੇ ਆਪਣੀ ਅੱਖਾਂ ਬੰਦ ਕਰੋ ਔਰ ਤੁਸੀਂ ਦੇਖੋ ਕਿ ਇੱਕ ਓਂਕਾਰ ਕੀ ਹੈ, ਪੂਰਾ ਬ੍ਰਹਮਾਂਡ ਹੈ ਔਰ ਮੈਂ ਇਮੇਜਿਨ ਕਰ ਰਿਹਾ। ਔਰ ਜੇ ਤੁਸੀਂ ਬਾਹਰ ਬੈਠੇ ਹੋ ਤਾਂ ਤੁਸੀਂ ਦੇਖੋ ਕਿ ਪੂਰਾ ਬ੍ਰਹਮਾਂਡ ਹੈ। ਹੁਣ ਅੱਗੇ ਸਤਨਾਮ, ਸਤਨਾਮ ਮੀਨਸ ਕਿ ਉਹ ਸੱਤ ਤੇ ਉਹ ਹਮੇਸ਼ਾ ਰਹਿੰਦਾ ਹੈ, ਜੋ ਕਦੇ ਡਿਸਟਰਾਏ ਨਹੀਂ ਹੁੰਦਾ, ਉਹਨੂੰ ਸੱਤ ਕਹਿੰਦੇ ਨੇ। ਵਨ ਥਿੰਗ। ਸੈਕੰਡ ਥਿੰਗ, ਜੇ ਉਹ ਸੱਤ ਹੈ ਤੇ ਉਹਦੇ ਤੋਂ ਜੋ ਕੁਝ ਪੈਦਾ ਹੋਇਆ ਉਹ ਵੀ ਸੱਤ ਹੈ।
आप सत किया सब सत आपे जाने अपने उत्पाद। सो जो कुछ उन्हें पैदा किया सब सच है। फिर मैं उस भाव नाल जदों ब्रह्मांड नूं देखना वा ते फिर मैं देखना वा कि जेड़ा मेरे ते सारा असर हैगा वो सच दा है। ਉਹਦੇ ਤੁਸੀਂ देखो कि पूरी आस्था दी वाल के पूरी पढ़ी है ना कि सच्चे तेरे खंड सच्चे ब्रह्मांड सच्चे तेरे लो सच्चे आकार सच्चे तेरे करने सारे विचार सच्चा तेरा हुक्म सच्चा फरमान सच्चे तो दाखिल लख सच। मतलब जो कुछ तेरे तो निकलिया क्योंकि सच तो निकलिया, जो कुछ सच तो निकलिया सच है। सो ब्रह्मांड जेड़ा है वो किस तरह चल रहा है, कौन चला रहा है, ਕਿਹੜੀ ਸ਼ਕਤੀ ਹੈ, ਉਹਨੂੰ ਜੇ ਤੁਸੀਂ ਸਮਝੋ ਜਿੰਨਾ ਇੰਟੈਲੀਜੈਂਸ ਉਹਦੇ ਵਿੱਚ ਹੈ ਅਸੀਂ ਹੈਰਾਨ ਹੋ ਜਾਂਦੇ। ਕਿੰਨੇ ਪਲੈਨਟਸ ਹੈਗੇ ਨੇ, ਕਿੰਨੇ ਸੋਲਰ ਸਿਸਟਮ ਹੈ, ਕਿੰਨੇ ਯੂਨੀਵਰਸਿਸ ਨੇ, ਸਾਰੇ ਇੱਕ ਦੂਸਰੇ ਦੇ ਦੁਆਲੇ ਘੁੰਮ ਰਹੇ ਨੇ, ਕੋਈ ਐਕਸੀਡੈਂਟ ਨਹੀਂ ਹੋ ਰਿਹਾ। ਮਤਲਬ देयर इज ਕੰਪਲੀਟ ਆਰਡਰ, ਸਗਲ ਸਮਗਰੀ ਤੁਮਰੇ ਸੂਤਰ ਤਾਰੇ। ਮਤਲਬ ਕਿਸ ਤਰ੍ਹਾਂ ਇੱਕ ਸੂਤਰ ਵਿੱਚ ਸਾਰੀ ਜਿਹੜੀ ਕੁਦਰਤ ਤੇ ਪਰੋਈ ਹੋਈ ਹੈ और किधरे कोई किसी का एक्सीडेंट नहीं कुछ नहीं। इन्नी एफिशिएंसी किस तरह हैगी है वो देख के असीं हैरान हो जाने। फिर असीं देखने कि ये वैसे उन्होंने खोज की है भी किसी होर प्लैनेट पे लाइफ नहीं हैगी, बट आई वाज लिसनिंग टू अपना मस्कीन जी, तो ही वाज सेइंग एंड दिस इज वेरी ट्रू आल्सो क्योंकि मैं एक आधी पिक्चर देखी ਉਹਦੇ ਚੋਂ ਨਾ ਇੱਕ ਪਿक्चर मैं देखी सी ईटी। सो ਉਹਦੇ ਵਿੱਚ ਵੀ मतलब ये दस्या गया है कि मस्कीन जी ने कहा सी बड़ा अच्छा मैनूं लगा कि उन्हां ते फिजिकल लाइफ नहीं हैगी, शरीरक लाइफ नहीं हैगी, लेकिन उत्थे सूक्ष्म लाइफ है। क्योंकि जदों असी शरीर छड्डने आ ते जेड़ा सूक्ष्म शरीर है वो अलहदा हो जाता है, इट डजंट गेट डिस्ट्रॉयड, ओनली बॉडी गेट्स डिस्ट्रॉयड। सूक्ष्म शरीर जदों अलहदा हो जाता है इट गोज टू सर्टन प्लैनेट्स। ਇਹਦੇ ਵਿੱਚ टू क्लैरीफाई इट मैं ਤੁਹਾਨੂੰ एक एक्सपीरियंस एक दसनी ज्ञान कि मैं एक बुक पढ़ी सी मुक्तानंदा दी, ਉਹਦਾ नाम सी प्ले ऑफ कॉन्शियसनेस, कि चेतना ਜਿਹੜੀ है ਉਹ किस तरह वर्क करती हैगी। ਇਹਨਾਂ ਚੀਜ਼ਾਂ ਨੂੰ ਜਾਣਨ ਨਾਲ ਸਾਡਾ ਬੜਾ ਮਾਈਂਡ ਜਿਹੜਾ ਬੜਾ ਓਪਨ ਹੁੰਦਾ ਹੈਗਾ, ਨਹੀਂ ਤੇ ਮਾਈਂਡ ਜਿਹੜਾ ਨਾ ਬੜਾ ਸ਼ਰਿੰਕ ਹੋਇਆ ਰਹਿੰਦਾ, ਉਸ ਤੋਂ ਬਾਹਰ ਨਿਕਲਦਾ। ਸੋ ਉਹ ਇੱਕ ਮਤਲਬ ਇਹ ਆਪਣਾ ਸਿੱਧ ਯੋਗਾ ਵਿੱਚ ਸੀ ਤੇ ਇਹਦਾ ਗੁਰੂ ਬੜਾ ਬਹੁਤ ਪਹੁੰਚਿਆ, ਇਹਦਾ ਗੁਰੂ ਸੀ, ਪਤਾ ਨਹੀਂ ਉਹਦਾ ਨਾਮ ਮੈਨੂੰ ਭੁੱਲ ਗਿਆ ਹੈਗਾ ਵੇ, ਬਹੁਤ ਪਹੁੰਚਿਆ ਗੁਰੂ ਸੀ। ਸੋ ਇਹ ਮੁਕਤਾਨੰਦਾ ਉਹਦਾ ਚੇਲਾ ਸੀ, ਉਹਦਾ ਬੜਾ ਮੰਨਿਆ ਪਰਮੰਨਿਆ ਚੇਲਾ ਸੀ। ਮੁਕਤਾਨੰਦਾ ਨੇ ਬਹੁਤ ਭਗਤੀ ਕੀਤੀ, ਬਹੁਤ ਭਗਤੀ ਕੀਤੀ। ਸੋ ਫਿਰ ਹੁਣ ਜਿਹੜੇ ਬਹੁਤ ਭਗਤੀ ਕਰਦੇ ਨੇ ਉਹ ਦੇ ਕੈਨ ਗੋ ਆਊਟ ਆਫ ਬੋਡੀ। ਇਹ ਹੁਣ ਆਊਟ ਆਫ ਬੋਡੀ ਦਾ ਹੁਣ ਤੇ ਅੱਜ ਕੱਲ ਤੇ ਬਹੁਤ ਹੀ ਜ਼ਿਆਦਾ ਹੋ ਗਿਆ ਆਮ, ਹੁਣ ਤੇ ਵੀਡੀਓ ਵੀ ਬਣਨ ਲੱਗ ਪਏ ਨੇ, ਪਰ ਪਹਿਲਾਂ ਇਸ ਤਰ੍ਹਾਂ ਨਹੀਂ ਸੀ। ਸੋ ਹੀ ਸੇਜ਼ ਕਿ ਜਦੋਂ ਮੈਂ he didn't say कि I died, he said कि मैं अपनी बॉडी छੱਡ के गया ਜਦੋਂ ਤੇ I went to different lokas। तो what were those lokas? ਕਹਿੰਦਾ ਕਿ ਉੱਥੇ ਦੇਵ ਲੋਕ ਸੀ, ਜਿੱਥੇ ਦੇਵਤੇ ਸੀ, ਪਰ ਉੱਥੇ ਫਿਜ਼ੀਕਲ ਰੂਪ ਵਿੱਚ ਨਹੀਂ ਹੁੰਦੇ, ਉਹ ਸੂਖਸ਼ਮ ਰੂਪ ਵਿੱਚ ਹੀ ਸਾਰੇ ਹੁੰਦੇ ਨੇ। ਸਾਨੂੰ ਤੇ ਕਿਉਂਕਿ ਆਦਤ ਪਈ ਹੋਈ ਹੈ ਫਿਜ਼ੀਕਲ ਰੂਪ ਵਿੱਚ ਦੇਖਣ ਦੀ, ਉਸ ਤੋਂ ਬਿਨਾਂ ਸਾਨੂੰ ਸਮਝ ਹੀ ਨਹੀਂ ਆਉਂਦੀ। ਪਰ ਜਿਹੜੇ ਬਹੁਤ ਪਹੁੰਚੇ ਹੋਏ ਹੁੰਦੇ ਨੇ, ਹਾਈਲੀ ਐਡਵਾਂਸ ਹੁੰਦੇ ਨੇ, ਉਹ ਦੇਖ ਲੈਂਦੇ ਨੇ ਕਿ ਵੀ ਇਹ ਜਿਹੜੇ ਹੈਗੇ ਨੇ ਸੂਖਸ਼ਮ ਰੂਹਾਂ ਜਿਹੜੀਆਂ ਨੇ ਇੱਥੇ ਵਸ ਰਹੀਆਂ ਨੇ। ਸੋ ਉਹ ਉੱਥੇ ਸੂਖਸ਼ਮ ਰੂਹਾਂ ਨੂੰ ਮਿਲਿਆ ਦੇਵਲੋਕ ਵਿੱਚ। ਦੈਨ ਹੀ ਸਾਡੇ ਵੈਂਟ ਟੂ ਪਿਤਰੀ ਲੋਕ, ਜਿੱਥੇ ਸਾਡੇ ਵੱਡੇ ਜਿਹੜੇ ਨੇ ਉਹ ਵਸ ਰਹੇ ਹੈਗੇ ਨੇ, ਉਹਨਾਂ ਦੇ ਸੂਖਸ਼ਮ ਸਰੀਰ ਹੈਗੇ ਨੇ। ਸੋ ਹੀ ਸੈਡ ਕਿ ਮੈਂ ਉੱਥੇ ਗਿਆ ਔਰ ਉੱਥੇ ਮੈਂ ਮਿਲਿਆ। ਫਿਰ ਹੀ ਸੇਜ਼ ਕਿ ਬਈ ਮੈਂ ਹੋਰ ਵੀ ਕਈ ਲੋਕਾਂ ਵਿੱਚ ਗਿਆ। ਐਂਡ ਦੈਨ ਹੀ ਸੈਡ ਆਈ ਵੈਂਟ ਟੂ ਹੈਲ ਆਲਸੋ। ਕਹਿੰਦੇ ਹੈਲ ਵਿੱਚ ਇੰਨਾ ਗੰਦ ਸੀ, ਇੰਨੀ ਗਰਮੀ ਸੀ,
ਇਹ ਕਹਿੰਦਾ ਜ਼ਮੀਨ ਤੇ ਪੈਰ ਧਰੋ ਤੇ ਤੁਹਾਡਾ ਗੰਦ ਵਿੱਚ ਪੈਰ ਲਿਬੜ ਜਾਏ। So he has written a book. There is not that this is a story कि भी किसी ने ऐਵੇਂ कही है. This is a book he has written and a very well established book. So ਇਹ ਮਤਲਬ ਇਹ ਚੀਜ਼ਾਂ ਸਾਰੀਆਂ ਦੇਖ ਕੇ ਇਹ ਸਾਰਾ ਕੁਝ ਬ੍ਰਹਿਮੰਡ ਵਿੱਚ ਹੋ ਰਿਹਾ ਹੈ। ਔਰ ਤੁਸੀਂ ਦੇਖੋ ਇਹ ਹੁਣ ਜਿਹੜੇ ਪੱਤਰੀਆਂ ਬਣਾਉਂਦੇ ਨੇ ਉਹ ਬਣਦੀਆਂ ਨੇ ਠੀਕ ਕਿ ਨਹੀਂ ਬਣਦੀਆਂ, ਪਰ ਇਹ ਵੀ ਇੱਕ ਸਾਇੰਟੀਫਿਕ ਗੱਲ ਹੈ ਕਿ ਜਿਹੜੇ ਪਲੈਨਟਸ ਨੇ ਉਹਨਾਂ ਦਾ ਅਸਰ ਤੁਹਾਡੀ ਲਾਈਫ ਤੇ ਬਹੁਤ ਹੁੰਦਾ ਹੈ। ਹੁਣ ਤੁਸੀਂ ਦੇਖੋ ਕਿ ਜਦੋਂ ਪੂਰਨਮਾਸ਼ੀ ਹੁੰਦੀ ਹੈ, ਮੂਨ ਆਪਣਾ ਪੂਰਾ ਹੁੰਦਾ ਹੈ, ਤੇ ਉਹਦੇ ਵਿੱਚ ਉਹਨਾਂ ਲਿਖੇ ਨਾ ਪੋਇਮ ਲਿਖੇ, ਪੁੰਨਿਆਂ ਨੂੰ ਸ਼ੋ ਸਾਗਰ ਉਛਲੇ ਤਾਂ ਗਰਸ਼ਤੀ ਕਰਦਾ। ਉਹਦੀ ਬੜੀਆਂ ਉੱਚੀਆਂ ਉੱਚੀਆਂ ਵੇਵਸ ਜਿਹੜੀਆਂ ਨੇ ਉੱਠਦੀਆਂ ਨੇ ਸਮੁੰਦਰ ਦੇ ਵਿੱਚ। all this is all happening in the Brahmand। और किस तरह हो रहा है ये सारा कितना इंटेलिजेंट सिस्टम हैगा। फिर सानू मतलब सानू पता नहीं लगता, पर जिन्ना कुछ कुदरत दे विच हो रहा है, ब्रह्मांड दे विच हो रहा है, ਅਸੀਂ ਉਹਦੇ ਬਹੁਤ ਵੱਡੇ ਦੇਣਦਾਰ ਹਾਂ, ਕਿਉਂਕਿ ਉਹਦੇ ਕਰਕੇ ਅਸੀਂ ਦਿੰਦਾ ਵਾਂ, ਉਹਦੇ ਕਰਕੇ ਸਾਡੀ ਜਿਹੜੀ ਹੈਗੀ ਵੈਲ ਬੀਇੰਗ ਹੈਗੀ ਹੈ। ਜਦੋਂ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਗਲਤ ਕੰਮ ਹੋਣ ਲੱਗ ਜਾਂਦੇ ਨੇ ਤੇ ਕੁਦਰਤ ਰਿਐਕਟ ਕਰਦੀ ਹੈ। ਹੁਣ nobody knows ਕਿ ਕਰੋਨਾ ਜਿਹੜਾ ਇੰਨਾ ਕਿਉਂ ਹੈ, nobody knows, but there is something in ਕੁਦਰਤ ਜਿਹੜੀ ਕਿ ਕਰਵਾ ਰਹੀ ਹੈ। ਜਦੋਂ ਦੇਖੋ from time to time ਕੋਈ ਨਾ ਕੋਈ ਹੈਵਕ ਆਉਂਦਾ ਰਹਿੰਦਾ, ਪਰ ਅਸੀਂ ਤੇ ਦੇਖਦੇ ਆ ਨਾ ਕਿ ਇਨਸਾਨ ਨੇ ਆਪਣੇ ਲਾਲਚ ਕਰਕੇ ਕਿਸ ਤਰ੍ਹਾਂ ਸਾਰੀ ਗ੍ਰੀਨਰੀ ਕੱਟ ਕੇ ਉੱਥੇ ਘਰ ਬਣਾ ਲੈਣੇ। ਔਰ ਇਹ ਸਾਰਾ ਕੁਝ ਜਿਹੜਾ ਹੈ ਉਹ ਗਲੋਬਲ ਵਾਰਮਿੰਗ ਕਰਕੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਸੋ ਬੰਦੇ ਦੇ ਸੈਲਫਿਸ਼ਨੈਸ ਕਰਕੇ ਪਰਮਾਤਮਾ ਨੇ ਤੇ ਇਹ ਜਿਹੜੀ ਆਪਣੀ ਧਰਤੀ ਪੈਦਾ ਕੀਤੀ, ਕ੍ਰੀਏਸ਼ਨ ਪੈਦਾ ਕੀਤੀ ਹੈ, ਉਹ ਬਿਲਕੁਲ ਪਰਫੈਕਟ ਹੈ। ਉਹ ਤੇ ਬੜੀ ਸੱਚੀ ਹੋਈ, ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਉਹਨੇ ਤਾਂ ਸਭ ਕੁਝ ਸੱਚ ਹੀ ਪੈਦਾ ਕੀਤਾ। ਹੁਣ ਅਸੀਂ ਦੇਖਦੇ ਹਾਂ ਵੀ ਜੋ ਵੀ ਸਾਨੂੰ ਨਜ਼ਰ ਨਹੀਂ ਆਉਂਦਾ ਹੈਗਾ, ਬਟ ਜਿਉਂ-ਜਿਉਂ ਜਦੋਂ ਅਸੀਂ ਗਹਿਰਾਈ ਵਿੱਚ ਜਾਈਏ, ਥੋੜਾ ਜਿਹਾ ਸਾਨੂੰ ਜਦੋਂ ਮਹਿਸੂਸ ਹੋਣ ਲੱਗ ਪਵੇ ਕਿ ਅੰਦਰ ਬਸੇ ਬਾਹਰ ਵੀ ਹੋਈ ਕਲਾ ਤਾਰ ਜਿਨ ਸਗਲੀ ਹੋਈ, ਅੰਦਰ ਵੀ ਉਹ ਵਸ ਰਿਹਾ, ਬਾਹਰ ਵੀ ਉਹ ਵਸ ਰਿਹਾ। ਲੇਕਿਨ ਉਹਨੂੰ ਮੈਂ ਜਿੰਨਾ ਚਿਰ ਆਪਣੀ ਲਾਈਫ ਦੇ ਵਿੱਚ ਪ੍ਰੈਕਟੀਕਲ ਰੂਪ ਵਿੱਚ ਮੈਨੂੰ ਉਹਦੀ ਸਮਝ ਆ ਕੇ ਮੈਂ ਉਸ ਭਾਵ ਵਿੱਚ ਨਾ ਚਲਾ ਜਾਵਾਂ, ਮੈਨੂੰ ਹਰ ਵੇਲੇ ਮਹਿਸੂਸ ਨਾ ਹੋਵੇ, ਤੇ ਮੈਂ ਉਹ ਜਿਹੜੀ ਸੁਪਰ ਕੌਨਸ਼ੀਅਸ ਸਟੇਟ ਹੈ ਉਹਦੇ ਵਿੱਚ ਐਂਟਰ ਨਹੀਂ ਹੁੰਦਾ। ਉਹਦੇ ਵਿੱਚ ਐਂਟਰ ਹੋਣ ਵਾਸਤੇ ਮੈਨੂੰ ਇੱਕ ਤੇ ਨੂੰ ਸਮਝ ਕੇ, ਦੂਸਰਾ ਇਹ ਕਿ ਮੇਰੇ ਅੰਦਰ ਔਰ ਬਾਹਰ ਕੋਈ ਵਸ ਰਿਹਾ ਹੈ। ਔਰ ਜਿੰਨੀ ਵੀ ਮੈਂ ਮਤਲਬ ਗੁਰਬਾਣੀ ਪੜ੍ਹਨਾ ਵਾ, ਅਧਿਆਤਮਕ ਦੇ ਗਹਿਰਾ ਜਾਨਣਾ ਵਾ, ਉਹਦੇ ਵਿੱਚ ਮੈਂ ਇਸ ਚੀਜ਼ ਨਾਲ ਜ਼ਿਆਦਾ ਜੁੜਨਾ ਹੈ ਕਿ ਉਹੀ ਜਿਹਨੂੰ ਅਸੀਂ ਫਿਰ ਕਹਿੰਦੇ ਹਾਂ ਗੋਬਿੰਦ ਹੈ, ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਅਸੀਂ ਜਦੋਂ ਮਤਲਬ ਆਮ ਲੈਵਲ ਤੇ ਕਹਿ ਦਿੰਦੇ ਹਾਂ ਤਾਂ ਅਸੀਂ ਉਸ ਤਰ੍ਹਾਂ ਹੀ ਫਿਰ ਉਹਨੂੰ ਸਮਝ ਉਸ ਤਰ੍ਹਾਂ ਹੀ ਛੱਡ ਦਿੰਦੇ ਹਾਂ। ਬਟ ਜੇ ਅਸੀਂ ਉਹਨੂੰ ਗਹਿਰੇ ਲੈਵਲ ਤੇ ਸਮਝੀਏ, ਇਹ ਗਹਿਰਾ ਲੈਵਲ ਉਦੋਂ ਬਣਦਾ ਜਦੋਂ ਸਾਨੂੰ ਇਹ ਸਮਝ ਆ ਜਾਏ ਕਿ ਹਾਂ ਅੰਦਰ ਵੀ ਹੋਵੇ, ਬਾਹਰ ਵੀ ਹੋਵੇ, ਔਰ ਇਹ ਸਾਡੇ ਭਾਵ ਵਿੱਚ ਇੰਨਾ ਆ ਜਾਵੇ ਕਿ ਅਸੀਂ ਲਾਈਫ ਜੀਂਦਿਆਂ ਸਾਨੂੰ ਇਹ ਮਹਿਸੂਸ ਹੋ। ਔਰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਜਦੋਂ ਅਸੀਂ ਉਹਦੇ ਤੇ ਕਨਸੈਂਟਰੇਸ਼ਨ ਪਾਉਂਦੇ ਹਾਂ ਔਰ ਗੁਰਬਾਣੀ ਨੂੰ ਉਸ ਤਰੀਕੇ ਨਾਲ ਸਮਝਣ ਲੱਗ ਪੈਂਦੇ ਹਾਂ। ਸੋ ਮੈਨੂੰ ਲੱਗਦਾ ਕਿ ਥੋੜਾ ਜਿਹਾ ਜ਼ਿਆਦਾ ਹੈਵੀ ਹੋ ਜਾਂਦਾ ਜਦੋਂ ਪੂਰੀ ਡੋਜ਼ ਇਕੱਠੀ ਕਰੀਏ। ਐਂਡ ਮੈਂ ਚਾਹਾਂਗੀ ਥੋੜਾ ਜਿਹਾ ਇੱਕ ਸਵਾਲ ਤੁਸੀਂ ਕਰੋ, ਫਿਰ ਮੈਂ ਅੱਗੋਂ ਫਿਰ ਤਾਂ ਥੋੜਾ ਇਲੈਬੋਰੇਟ ਕਰਾਂਗੇ, ਨਹੀਂ ਤੇ ਅਸੀਂ ਇੱਥੇ ਵੀ ਛੱਡ ਸਕਦੇ ਹਾਂ। ਹਾਂਜੀ ਵਾਹਿਗੁਰੂ ਜੀ। ਆਂਟੀ ਹਾਂਜੀ ਰਾਜੀ ਜੀ ਬੋਲੋ। ਪਿਛਲੀ ਵਾਰੀ ਤੁਸੀਂ ਗੱਲ ਕੀਤੀ ਸੀ ਅਨਾਹਤ ਸ਼ਬਦ ਦੀ, ਅਨਾਹਤ ਸ਼ਬਦ ਦੀ। ਹਾਂਜੀ, ਉਹਦੇ ਹਾਂਜੀ ਬਾਰੇ
ਥੋੜਾ ਜਿਹਾ ਹੋਰ ਪਲੀਜ਼ ਚਾਨਣਾ ਪਾਓਗੇ ਕਿ ਉਹ ਜਿਹੜੀ ਸਾਊਂਡ ਹੈਗੀ ਆ ਹਾਂਜੀ ਅਨਸਟਰਕ ਸਾਊਂਡ ਕਹਿ ਲਓ ਜਾਂ ਉਹਨੂੰ ਪ੍ਰਾਈਮਲ ਐਨਰਜੀ ਇਜ਼ ਇਟ ਸੇਮ ਥਿੰਗ ਐਂਡ ਹਮ cosmic energy ਹਮ or if it's sound of the universe ਇਹ ਕਿਸ ਤਰ੍ਹਾਂ ਹਮ ਤੋਂ ਥੋੜਾ ਜਿਹਾ ਲਾਈਟ ਪਲੀਜ਼ ਲਾਈਟ ਪਾਓ ਦੇ ਉੱਤੇ ਹਾਂ ਠੀਕ ਐਕਚੁਅਲੀ ਦੇਖੋ ਜਦੋਂ ਮੈਂ ਤੁਹਾਨੂੰ ਅੱਗੇ ਕੋਈ ਥੋੜਾ ਐਕਸਪਲੇਨ ਕੀਤਾ ਸੀ ਪੂਰਾ ਤਾਂ ਨਹੀਂ ਸੀ ਕੀਤਾ ਕਿ ਜਦੋਂ ਪਰਮਾਤਮਾ ਨੇ ਕ੍ਰੀਏਸ਼ਨ ਕੀਤੀ ਤੇ ਸਭ ਤੋਂ ਪਹਿਲਾਂ देयर वाज अरबज नरबत तुंदुकारा कुछ नहीं सी सिर्फ उस वेले एक बिल्कुल ब्लैक एनर्जी ਜਿਹੜੀ ਕਿ ਬੜੀ ਤੇਜ਼ੀ ਦੇ ਨਾਲ ਬ੍ਰਹਿਮੰਡ ਦੇ ਵਿੱਚ ਘੁੰਮ ਰਹੀ ਸੀ ਬੜੀ ਦੇਰ ਤੱਕ ਕਰੋੜਾਂ ਸਾਲ ਤੱਕ ਉਸ ਨੂੰ ਘੁੰਮਦੀ ਰਹੀ ਫਿਰ ਉਹ ਜਿਹੜੀ એનર્ਜੀ ਸੀ ਇੱਕ ਦੂਸਰੇ ਨਾਲ ਘੁੰਮਦਿਆਂ ਘੁੰਮਦਿਆਂ ਇੱਕ ਦੂਸਰੇ ਨਾਲ ਟਕਰਾਈ ਜਦੋਂ ਟਕਰਾਈ ਉਹਦੇ ਵਿੱਚ ਫਿਰ ਇੱਕ ਬੜੀ ਵੱਡੀ ਸਾਊਂਡ ਨਿਕਲੀ ਜਿਹਨੂੰ ਕਿ ਬਿਗ ਬੈਂਗ ਕਹਿੰਦੇ ਨੇ ਜਦੋਂ ਉਹ ਸਾਊਂਡ ਨਿਕਲੀ ਤੇ ਉਹਦੇ ਵਿੱਚੋਂ ਫਿਰ ਇੱਕ ਬਹੁਤ ਬਹੁਤ ਵੱਡਾ ਚਾਨਣ ਹੋਇਆ ਔਰ ਉਹ ਚਾਨਣ ਜਦੋਂ ਹੋਇਆ ਤੇ ਇਹ ਬਿਗ ਬੈਂਗ ਜਦੋਂ ਹੋਇਆ ਤੇ ਉਸ ਤੋਂ ਬਾਅਦ ਕ੍ਰੀਏਸ਼ਨ ਦੀ ਕਹਾਣੀ ਫਿਰ ਮੈਂ ਇੱਕ ਤੇ ਟੌਪਿਕ ਵੱਖਰਾ ਲਵਾਂਗੇ ਕਾਫੀ ਲੰਬੀ ਹੈਗੀ ਹੈ ਪਰ ਇਹਨੂੰ ਫਿਰ એનર્ਜੀ ਨੂੰ ਇਸ ਲੈਵਲ ਤੇ ਕਰੋੜਾਂ ਸਾਲ ਲੱਗ ਗਏ ਉਸ ਤੋਂ ਬਾਅਦ ਇਹ એનર્ਜੀ ਬਹੁਤ ਟਾਈਮ ਜਿਹੜੀ ਹੈਗੀ ਹੈ ਉਹ ਬ੍ਰਹਮਾਂਡ ਦੇ ਵਿੱਚ ਘੁੰਮਦੀ ਰਹੀ ਹੌਲੀ ਹੌਲੀ ਘੁੰਮ ਕੇ ਫਿਰ ਜਦੋਂ ਸੈਟਲ ਹੋਈ ਬੜੀ ਬਾਰਿਸ਼ ਹੋਈ ਜਿਸ ਤਰ੍ਹਾਂ ਇਹ ਘੁੰਮ ਰਹੀ ਸੀ ਜਿਹੜੀ ਉੱਚੀ ਥਾਂ ਸੀ ਉਹ ਪਹਾੜ ਬਣ ਗਿਆ ਜਿਹੜੀ ਨੀਵੀਂ ਥਾਂ ਸੀ ਉਹ ਸਮੁੰਦਰ ਬਣ ਗਿਆ ਔਰ ਕਈ ਕਰੋੜਾਂ ਸਾਲ ਇਸ ਤਰ੍ਹਾਂ ਹੀ ਰਿਹਾ ਔਰ ਬੜੀ ਲਾਈਫ ਜਿਹੜੀ ਸੀ ਹੌਲੀ ਹੌਲੀ ਉਹਦੇ ਵਿੱਚ ਪੈਦਾ ਹੋਈ ਔਰ ਕਰੋੜਾਂ ਸਾਲ ਲੱਗੇ ਲਾਈਫ ਨੇ ਉੱਥੋਂ ਤੱਕ ਪਹੁੰਚਣ ਦੇ ਮਤਲਬ ਇਟਸ ਅ ਲੌਂਗ ਸਟੋਰੀ ਹੁਣ ਬਾਣੀ ਵਿੱਚ ਆਉਂਦਾ ਹੈ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ ਇੱਕ ਕੁਆ ਹੁੰਦਾ ਕੋਣਾ ਬੋਲਣਾ ਇੱਕ ਸ਼ਬਦ ਨਾਲ ਇੱਕ ਬੋਲ ਨਾਲ ਕਰੋੜਾਂ ਜ਼ਿੰਦਗੀਆਂ ਜਿਹੜੀਆਂ ਨੇ ਕਰੋੜਾਂ ਕਿਸਮ ਦੀ ਲਾਈਫ ਜਿਹੜੀ ਉਹ ਪੈਦਾ ਹੋ ਗਈ ਇਹ ਨਹੀਂ ਕਿ ਉਸੇ ਵੇਲੇ ਇਨਸਟੈਂਟ ਇਹ ਡਿਵੈਲਪਮੈਂਟ ਦੇ ਬੜੇ ਕਰੋੜਾਂ ਸਾਲ ਲੱਗੇ ਨੇ ਕਿ ਬੰਦਾ ਫਿਰ ਕਿੱਥੋਂ ਪੱਥਰ ਤੋਂ ਡਿਵੈਲਪ ਹੁੰਦਾ ਇੱਥੇ ਪਹੁੰਚਿਆ ਸੋ ਤਾਈਆਂ ਤੇ ਕਿਹਾ ਹੈ ਕਿ ਵੀ ਜਿਹੜਾ ਮਨੁੱਖਾ ਜਨਮ ਹੈ ਬੜਾ ਇੰਪੋਰਟੈਂਟ ਹੈ ਮਾਨਵ ਜੇ ਖੋਤਨਾ ਬਾਰੰਬਾਰ ਕਿ ਅਸੀਂ ਦੇ ਪਤਾ ਨਹੀਂ ਕਰੋੜਾਂ ਸਾਲਾਂ ਦੇ ਆਪਣਾ ਸਫਰ ਤੋਂ ਬਾਅਦ ਡਿਵੈਲਪਮੈਂਟ ਤੋਂ ਬਾਅਦ ਇੱਥੇ ਪਹੁੰਚੇ ਹਾਂ ਔਰ ਇਹ ਜਨਮ ਜਿਹੜਾ ਬੜਾ ਕੀਮਤੀ ਹੈ ਜਿੱਥੇ ਕਿ ਸਾਡੇ ਵੱਸ ਵਿੱਚ ਸਭ ਕੁਝ ਹੈ ਅਸੀਂ ਸਭ ਕੁਝ ਕਰ ਸਕਦੇ ਹਾਂ ਕਿਉਂਕਿ ਪਰਮਾਤਮਾ ਸਾਨੂੰ ਆਪਣੇ ਰੂਪ ਵਿੱਚ ਬਣਾਇਆ ਸਾਡੇ ਵਿੱਚ ਸਾਰੀ ਉਹੀ ਟੈਲੈਂਟ ਹੈ ਜਿਹੜੀ ਉਹਦੇ ਵਿੱਚ ਹੈ ਪਰ ਉਹ ਛੁਪੀ ਹੋਈ ਹੈ ਇਸ ਕਰਕੇ ਕਿ ਅਸੀਂ ਮਤਲਬ ਕੁਦਰਤ ਵਿੱਚ ਆ ਕੁਦਰਤ ਦੇ ਗੁਣਾਂ ਵਿੱਚ ਆ ਔਰ ਇਹ ਵੀ ਨਹੀਂ ਕਿ ਅਸੀਂ ਉਹਨਾਂ ਨੂੰ ਬੁਰਾ ਮਨਾਈਏ ਕਿਉਂ ਹੈ ਇਹ ਇਸ ਤਰ੍ਹਾਂ ਹੀ ਹੈ ਕਿਉਂਕਿ ਅਸੀਂ ਜਨਮ ਜਦੋਂ ਲੈਂਦੇ ਹਾਂ ਤੇ ਕੁਛ ਨਾ ਕੁਛ ਕਰਮ ਲੈ ਕੇ ਆਉਂਦੇ ਹਾਂ ਤਾਂ ਸੋ ਉਹ ਜਿਹੜੀ ਸ਼ਬਦ ਦੀ ਆਵਾਜ਼ ਹੈ ਜਿਹਨੂੰ ਕਿ ਉਹਨਾਂ ਨੇ ਓਮ ਕਿਹਾ ਔਰ ਉਹ ਜਿਹੜੀ ਸ਼ਬਦ ਦੀ ਆਵਾਜ਼ ਹੈ ਉਹ ਹਰ ਵੇਲੇ ਬ੍ਰਹਮਾਂਡ ਦੇ ਵਿੱਚ ਗੂੰਜ ਰਹੀ ਔਰ ਉਹ ਅਨਹਦ ਨਾਦ ਜਿਹੜਾ ਹੈ ਉਹ ਵੱਜ ਰਿਹਾ ਸੋ ਇਹ ਜਿਹੜੀ ਸਟੇਟ ਹੈ ਜਦੋਂ ਬੰਦਾ ਇੱਕ ਬਹੁਤ ਉਸ ਕਨਸੈਂਟਰੇਸ਼ਨ ਵਿੱਚ ਚਲਾ ਜਾਂਦਾ ਇੱਕ ਸਰਟਨ ਲੈਵਲ ਆਫ ਕਨਸੈਂਟਰੇਸ਼ਨ ਭਗਤੀ ਦੇ ਵਿੱਚ ਸਿਮਰਨ ਦੇ ਵਿੱਚ ਜਾਪ ਦੇ ਵਿੱਚ ਇੱਕ ਇਸ ਲੈਵਲ ਤੇ ਚਲਾ ਜਾਂਦਾ ਜਿੱਥੇ ਕਿ ਤੁਹਾਡੇ ਅੰਦਰ ਪੂਰਨ ਸ਼ਾਂਤੀ ਹੋ ਜਾਂਦੀ ਹੈ ਥਾਟਸ ਖਤਮ ਹੋ ਜਾਂਦੇ ਨੇ ਬਹੁਤ ਘਟ ਜਾਂਦੇ ਨੇ ਜਦੋਂ ਥਾਟਸ ਬਹੁਤ ਘਟ ਜਾਂਦੇ ਨੇ ਫਿਰ ਤੁਸੀਂ ਆਪਣੇ ਅੰਦਰ ਦੀਆਂ ਆਵਾਜ਼ਾਂ ਨੂੰ ਸੁਣਨਾ ਸ਼ੁਰੂ ਕਰ ਦਿਓ ਬ੍ਰਹਮਾਂਡ ਦੇ ਵਿੱਚੋਂ ਨਾਦ
ਕਨਸਟੈਂਟਲੀ ਵੱਜ ਰਿਹਾ, ਤੁਹਾਨੂੰ ਸੁਣਿਆ ਨਹੀਂ ਜਾਂਦਾ। ਤੁਸੀਂ ਕਦੋਂ ਸੁਣ ਸਕਦੇ ਹੋ? ਜਦੋਂ ਤੁਹਾਡੇ ਆਪਣੇ ਅੰਦਰ ਦੇ ਸਾਰਾ ਜਿਹੜਾ ਬੋਲ ਬੰਦ ਹੋ ਜਾਂਦਾ ਹੈ, ਔਰ ਬੋਲ ਕਰਦਾ ਤੁਹਾਡੇ ਥਾਟਸ, ਉਹ ਫਿਰ ਤੁਹਾਨੂੰ ਆਪਣੇ ਅੰਦਰੋਂ ਹੀ ਸਾਊਂਡ ਜਿਹੜੀ ਉਹ ਆਉਂਦੀ ਹੈ, ਉਹਨੂੰ ਹੀ ਮਤਲਬ ਕਈਆਂ ਰੂਪਾਂ ਚ ਹੁੰਦੀ ਹੈਗੀ ਹੈ। ਕਈਆਂ ਨੂੰ ਤਾਂ ਸ਼ੁਰੂ ਵਿੱਚ ਸਿਰਫ ਆਪਣਾ ਇੱਕ ਜਿਸ ਤਰ੍ਹਾਂ ਕਿ ਇੱਕ ਹਮਿੰਗ ਆਵਾਜ਼ ਹੁੰਦੀ ਹੈ, ਫਿਰ ਹੌਲੀ ਹੌਲੀ ਉਹ ਮਤਲਬ ਬੀਨ ਦੀ, ਕਈ ਵਾਰੀ ਡਿਫਰੈਂਟ ਜਿਹੜੇ ਸਾਰੇ ਜਿਹੜੇ ਇਹ ਤੁਹਾਨੂੰ ਪਤਾ ਜਿੰਨੇ ਸਾਰੇ ਮਿਊਜ਼ੀਕਲ ਇੰਸਟਰੂਮੈਂਟ ਨੇ, ਇਹਨਾਂ ਦੀ ਸਾਊਂਡ ਜਿਹੜੀ ਹੈ ਇਹ ਕੁਦਰਤ ਵਿੱਚੋਂ ਹੀ ਲਈ ਗਈ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਨਾ, ਗਾਵਣ ਤੁਰਨੋਂ ਪਵਨ ਪਣੀ ਬਸੰਤਰ ਗਾਵੇ ਰਾਏ ਗਰਮ ਤੋਂ ਚਿੱਤੂ ਵੇਲੇ ਜਾਏ, ਮਤਲਬ ਸਾਰੀ ਕੁਦਰਤ ਵਿੱਚ ਇੱਕ ਮਿਊਜ਼ਿਕ ਹੈ। ਪਰ ਜਿੰਨੇ ਇੰਸਟਰੂਮੈਂਟ ਮਿਊਜ਼ੀਕਲ ਬਣੇ ਨੇ ਨਾ, ਉਹ ਉਹਨਾਂ ਰਾਗਾਂ ਨੂੰ ਗਾਉਣ ਵਾਸਤੇ ਬਣੇ ਨੇ। ਇਹ ਰਾਗ ਕਿਸੇ ਬੰਦੇ ਨੇ ਨਹੀਂ ਬਣਾਏ, ਇਹ ਰਾਗ ਕੁਦਰਤ ਵਿੱਚ ਵੱਜ ਹੀ ਰਹੇ ਹੈਗੇ, ਪਰ ਇਹ ਇੰਸਟਰੂਮੈਂਟ ਸਾਰੇ ਵੱਜ ਹੀ ਰਹੇ ਨੇ। ਸੋ ਇਹਨਾਂ ਜਿਹੜਾ ਇੰਸਟਰੂਮੈਂਟ ਦੀ ਆਵਾਜ਼ ਹੈ ਉਹਨੂੰ ਹੀ ਨਾਦ ਕਿਹਾ। ਔਰ ਐਕਚੁਅਲੀ ਉਹ ਨਾਦ ਜਿਹੜਾ ਹੈ ਉਹ ਬੇਸਿਕ ਸਾਊਂਡ ਹੈ, ਜਿਹੜੀ ਕਿ ਪਹਿਲੀ ਸ਼ੁਰੂ ਤੋਂ ਸ਼ੁਰੂ ਹੋਈ, ਜਿਹਦੇ ਨਾਲ ਬਿਗ ਬੈਂਗ ਹੋਇਆ, ਜਿਹੜੀ ਸਾਊਂਡ ਹੋਈ, ਉਸ ਤੋਂ ਬਾਅਦ ਉਹ ਸਾਊਂਡ ਕਨਸਟੈਂਟਲੀ ਚੱਲ ਰਹੀ। ਔਰ ਜਿਹੜੇ ਮਤਲਬ ਬਹੁਤ ਮਤਲਬ ਅੱਗੇ ਪਹੁੰਚੇ ਹੋਏ ਨੇ, ਉਹਨਾਂ ਨੂੰ ਇਹ ਨਾਦ ਜਿਹੜਾ ਹੈ ਉਹ ਸੁਣਾਈ ਦਿੰਦਾ। ਹਾਂ, क्लियर है राजी जी? हाँ जी, थोड़ा समझ आया थोड़ा। हाँ जी, नहीं, थैंक यू। किधरों तो नहीं समझ आया तो दसो मैनू, तो मैं आई विल क्लैरिफाई। ਇਹ ਮੈਂ ਉਹੀ ਕਿ ਤੁਸੀਂ ਜਿਹੜੀ ਗੱਲ ਕਹੀ ਹੈ ਨਾ ਕਿ ਜਦੋਂ ਅਸੀਂ ਸੋ ਮੇਨਲੀ ਹੈਗਾ ਕਿ ਸਿੰਕ ਇਨ, ਜਿਹੜਾ ਕਿ ਅਸੀਂ ਬਾਹਰ ਦੇ ਨਾਲ ਜ਼ਿਆਦਾ ਕਨੈਕਸ਼ਨ ਹੈਗਾ ਵਾ। ਜ਼ਿਆਦਾ ਨਹੀਂ, ਬਿਲਕੁਲ ਹੀ ਕਨੈਕਸ਼ਨ, ਬਿਲਕੁਲ ਹੀ। ਹਾਂਜੀ, ਤੁਸੀਂ ਬਿਲਕੁਲ ਇਕਾਂਤ ਵਿੱਚ ਬੈਠੇ ਹੋ, ਤੁਹਾਡੇ ਥਾਟ ਬਿਲਕੁਲ ਆਪਣਾ ਥਾਟ ਮੇਨਲੀ ਤੁਹਾਡੇ, ਔਰ ਵੈਸੇ ਵੀ ਸਾਊਂਡ ਨਹੀਂ ਹੋਣੀ ਚਾਹੀਦੀ। ਅਗਰ ਤੁਸੀਂ ਆਪਣੇ ਘਰ ਵਿੱਚ ਵੀ ਬੈਠੇ ਹੋ, ਤੁਹਾਡਾ ਥਾਟ ਚੱਲ ਰਿਹਾ, ਯੂ ਵਿਲ ਨਾਟ ਲਿਸਨ ਟੂ ਦੈਟ। ਜੀ, ਤੁਸੀਂ ਬਿਲਕੁਲ ਇਕੱਲੇ ਬੈਠੇ ਹੋ, ਜਿੱਥੇ ਪੂਰੀ ਸ਼ਾਂਤੀ ਹੈ, ਹੋਰ ਕੋਈ ਆਵਾਜ਼ ਨਹੀਂ ਆ ਰਹੀ। ਔਰ ਹੋਰ ਆਵਾਜ਼ਾਂ ਆਉਣਗੀਆਂ ਤੇ ਫਿਰ ਤੁਹਾਨੂੰ ਮਤਲਬ ਸੁਣ, ਕਿਉਂਕਿ ਤੁਸੀਂ ਇਕਾਂਤ ਵਿੱਚ ਬੈਠੇ ਹੋ, ਪਰ ਤੁਹਾਡੇ ਅੰਦਰ ਦੀ ਜਿਹੜੀ ਆਵਾਜ਼ ਹੈ ਉਹ ਬੰਦ ਹੈ। ਜਦੋਂ ਤੁਹਾਡੇ ਅੰਦਰ ਦੇ ਥਾਟਸ ਦੀ ਆਵਾਜ਼ ਬੰਦ ਹੈ, ਫਿਰ ਦੂਸਰੀ ਆਵਾਜ਼ ਸੁਣੋਗੇ। ਉਹ ਨਾਦ ਤੇ ਹਰ ਵੇਲੇ ਚੱਲਦਾ ਰਹਿੰਦਾ, ਹਰ ਇੱਕ ਦੇ ਅੰਦਰ ਚੱਲਦਾ, ਬਟ ਉਹ ਸੁਣਿਆ ਨਹੀਂ ਜਾਂਦਾ, ਕਿਉਂਕਿ ਸਾਡੇ ਥਾਟਸ ਦੀ ਆਵਾਜ਼ ਜਿਹੜੀ ਉਹ ਇੰਨੀ ਜ਼ਿਆਦਾ ਹੈ ਕਿ ਉਹਦੇ ਵਿੱਚ ਸਾਰੀ ਗੈਪ ਹੋਈ ਹੋਈ, ਹਰ ਇੱਕ ਦੇ ਅੰਦਰ ਉਹ ਨਾਦ ਜਿਹੜਾ ਵੱਜ ਰਿਹਾ ਹੈ। ਉਹੀ, ਸੋ ਨਾਓ ਕਲੀਅਰ? ਜੀ, ਜੀ, ਥੈਂਕ ਯੂ। ਸੋ ਜੇ ਤੁਸੀਂ ਕਹੋ ਤੇ ਥੋੜਾ ਮੈਂ ਅੱਗੇ ਚੱਲਾਂ, ਜੇ ਤੁਸੀਂ ਕਹੋ ਤੇ ਇੱਥੇ ਬੰਦ ਕਰ ਦਿਆਂ ਔਰ ਥੋੜੇ ਕੁਐਸਚਨ ਜਿਹੜੇ ਉਹਨੂੰ ਲੈ ਲਏ, ਨਹੀਂ ਤੇ ਫਿਰ ਦੇਰ ਹੋ ਜਾਂਦੀ ਹੈ ਹਮੇਸ਼ਾ ਹਰ ਵਾਰੀ। ਆਂਟੀ ਥੋੜਾ ਚੇਤਨਾ ਨੂੰ ਕਲੈਰੀਫਾਈ ਕਰੋ। So what do you think, what do you understand by chetna? Raji ji, what do you apna Dolly ji, what do you understand by chetna? ਮੈਂ ਤੇ ਤੁਹਾਡੀ ਥਾਟ ਵਾਲੀ, ਕਿਉਂਕਿ ਮੈਂ ਜਦੋਂ ਮੈਂ ਲਾਸਟ ਵੀਕ ਕਿਹਾ ਸੀਗਾ ਨਾ ਕਿ ਤੁਸੀਂ ਆਂਟੀ ਭੈਣ ਜੀ ਗੱਲਾਂ ਕੀਤੀਆਂ ਜਿਹੜੇ ਮੇਰੇ, ਕਿਉਂਕਿ ਮੇਰੇ ਮਨ ਵਿੱਚ ਵੀ ਇਹ ਆ ਰਿਹਾ ਸੀ ਕਿ ਜੇ ਜਿਹੜੀ ਥਾਟ, ਪਰ ਐਨੀਵੇ ਜਸਟ ਟੂ ਸੇ ਮਾਈ ਬਟ ਆਈ ਵਾਸ ਆਰਾਮ ਨਾਲ ਸੋਚ ਰਹੀ ਸੀ ਥਾਟ ਬਾਰੇ ਕਿ ਥਾਟ ਹੀ ਹੈਗੀ ਅਲਟੀਮੇਟ ਥਿੰਗ। ਥਾਟ ਦਾ ਚੁੱਪ ਕਰਨਾ ਜਿਹੜਾ ਹੈਗਾ ਨਾ, ਉਹੀ ਸਮਾਧੀ ਲਗਾਏਗਾ। ਜਿੰਨਾ ਚਿਰ ਥਾਟ ਆਏਗਾ ਉਹਨਾਂ ਚਿਰ ਸਮਾਧੀ ਲੱਗੇਗੀ ਨਹੀਂ। Right, but how to stop it, main thing ਤੇ ਹੋਏ ਨਾ, how to stop it. How to stop ਐਤੇ I think we keep listening, ਕਿ ਜੇ ਅਸੀਂ ਸੁਣਦੇ ਵੀ ਰਹਿੰਦੇ ਹਾਂ ਤੇ ਥੋੜਾ ਤੇ ਖਿਚਾਵ ਦੁਨੀਆ ਦੀ ਚੀਜ਼ਾਂ ਤੋਂ ਘੱਟ ਹੁੰਦਾ ਹੈ। ਬਿਲਕੁਲ, ਮਤਲਬ ਹੋਰ ਤੇ ਮੈਨੂੰ ਕੁਛ ਨਹੀਂ ਨਜ਼ਰ ਆ ਰਿਹਾ, ਪਰ ਕਿਉਂਕਿ ਅਸੀਂ ਇੰਨਾ ਸੁਣਦੇ ਜਾ ਰਹੇ ਹਾਂ, ਫਿਰ ਇਹ ਵੀ ਹੈ ਕਿ ਫਿਰ ਅਸੀਂ ਸੁਣ ਰਹੇ ਹਾਂ ਤੇ ਥੋੜਾ ਮੋਹ ਵਿੱਚ ਵੀ ਥੋੜਾ ਪਤਾ ਨਹੀਂ, ਆਈ ਡੋਂਟ ਨੋ, ਲਾਈਕ ਇੰਨੀ ਨਹੀਂ ਗੱਲ, ਪਰ ਫਿਰ ਵੀ ਹੁਣ ਇੰਝ ਲੱਗਣ ਲੱਗ ਪਿਆ ਕਿ ਇਹ ਸਾਡੇ ਪੁਰਾਣੇ ਜਨਮਾਂ ਦੇ ਜੋ ਵੀ ਲੈਣ ਦੇਣ ਨੇ, ਉਸ ਹਿਸਾਬ ਨਾਲ ਰਿਸ਼ਤੇ ਬਣੇ ਹੋਏ। ਸੋ ਜੋ ਵੀ ਕਿਸੇ ਨਾਲ ਜ਼ਿਆਦਾ ਕਲੋਜ਼ ਰਿਸ਼ਤਾ ਹੈ, ਕਿਉਂਕਿ ਉਹ ਲੈਣ ਦੇਣ ਜ਼ਿਆਦਾ ਹੈਗੇ ਨੇ, ਜਾਂ ਕੋਈ ਇੱਕ ਬੰਦਾ ਕਿਸੇ ਨਾਲ
कोई बंदा सेम पर्सन is very good to one person but not good to the other person, ਉਹ ਕਿਉਂਕਿ ਲੈਣਾ ਦੇਣਾ ਹੀ ਉਸ ਤਰ੍ਹਾਂ ਦਾ ਆਏਗਾ ਦੂਜੇ ਨਾਲ। ਸੋ ਇਹ ਗੱਲਾਂ ਸੁਣ ਕੇ ਥੋੜਾ ਜਿਹੜਾ ਇਸ ਤਰ੍ਹਾਂ ਕਹਿ ਸਕਦੇ ਹਾਂ ਜੋ ਗਿਆਨ ਤੁਹਾਨੂੰ ਵਾਹਿਗੁਰੂ ਜੀ ਦਿਲਾ ਰਹੇ ਨੇ ਸਾਰੀਆਂ ਕਲਾਸਾਂ ਤੋਂ, ਉਹਦੇ ਨਾਲੋਂ ਥੋੜਾ ਜਿਹਾ ਸਮਝ ਆ ਰਿਹਾ ਹੈ। ਪਰ ਲੱਗਦਾ ਕਿ ਫਿਰ ਵੀ ਉਦੋਂ ਮੈਂ ਜੈਸੇ ਕਰ ਰਹੀ ਸੀ ਲਾਸਟ ਵੀਕ ਪੂਰਾ I was thinking all the time about this, ਪਰ ਮੈਨੂੰ ਇਹ ਲੱਗ ਰਿਹਾ ਸੀ ਕਿ ਜਿਹੜਾ ਥਾਟ ਹੈਗਾ ਨਾ, that's the thought ਦੀ ਪਿਓਰਿਟੀ, ਜਾਂ ਤੇ ਥਾਟ ਆਣ ਤੇ ਨਿਰਮਲ ਥਾਟ ਹੀ ਆਣ, ਜਾਂ ਥਾਟ ਜੇ ਤੁਸੀਂ ਕਹਿ ਰਹੇ ਹੋ ਬੰਦ ਹੋ ਜਾਣ, ਬੰਦ ਹੋਣਾ ਵੀ ਮੁਸ਼ਕਿਲ ਹੈਗਾ। ਸੋ ਮੈਂ ਉੱਥੇ ਸੀ ਕਿ ਮੈਂ ਇੱਥੇ ਜੋ ਤੁਸੀਂ ਕਿਹਾ ਚੇਤਨਾ ਬਾਰੇ ਤੇ ਕਿਹਾ ਨਹੀਂ, ਪਰ ਚੇਤਨਾ Chetna, I think is we can say Atma or soul, we can say Chetna could be awareness, maybe आप जी ने जो दसिया सी चेतना is consciousness, सत चेत आनंद, bliss, that's चेतना। ते पर जेड़ी गल मैनू थोड़ी समझ नहीं आई ते it was like you were saying 5 layers of consciousness जेड़ी तुसी दसियां सीगियां, क्योंकि चेतना दी गल आई ऐसे मैं कर रही हां कि तुसी क्या okay, so that so it's we can ठीक है, ठीक है, बड़ा अच्छा एक्सप्लेन किया है एंड यू आर राइट कि हुण असी ठीक है हुण असी एक्सप्लेन करने हैं। एक्चुअली जे इहनूं असी डिटेल भी समझिए तो थोड़ा जिहा कॉम्प्लीकेट हो जाता है, इस करके मैं ज्यादा डिटेल विच नहीं समझाती हैगी। देखो जेड़ी मैं हुणे तुहानूं डिस्कस कीता ना, कॉन्शियस, अनकॉन्शियस और सुपर कॉन्शियस, these are stages of चेतना। ठीक है, वैसे तो सारी चेतना ही है, असी बोल रहे हैं भी चेतना ही है, एक कॉन्शियसनेस ही है, बट ये डिफरेंट लेवल ते है। एक वे जीव आत्मा, मतलब जीव आत्मा की है जेड़ी एक जीवा दे लेवल ते वर्क कर रही, जीव मतलब जिन्हों असी इंडिविजुअल कॉन्शियसनेस या इंडिविजुअल चेतना कहने। ठीक है ना, हुण असी एवरीबॉडी इज इंडिविजुअल चेतना, जीव आत्मा जेड़ी है, हुण तुसी कहोगे जीव आत्मा की है, जीव आत्मा इज नॉट एग्जैक्टली सोल। चेतना ते सोल विच डेवलपमेंट विच फर्क है, कॉन्शियसनेस इज द सेम, थोड़ा जिहा बरीक है, बहुत ही बरीकी विच जाण दी लोड़ भी नहीं हैगी, अजे हौली हौली समझ आपे आ जाएगी। चेतना इज कॉन्शियसनेस, ਇਹਦਾ ਡਿਵੈਲਪਮੈਂਟ ਹੁੰਦਾ ਹੁੰਦਾ ਉਸ ਲੈਵਲ ਤੇ ਚਲਾ ਜਾਂਦਾ ਜਿੱਥੇ ਕੌਨਸ਼ੀਅਸਨੈਸ ਸੁਪਰ ਕੌਨਸ਼ੀਅਸਨੈਸ ਬਣ ਜਾਂਦਾ, ਜਿੱਥੇ ਤੇ ਨਾ ਕੋਈ ਥਾਟ ਰਹਿੰਦਾ, ਨਾ ਕੋਈ ਬੁਰਾਈ ਰਹਿੰਦੀ ਹੈ, ਨਾ ਕੋਈ ਕਰਮ ਰਹਿੰਦਾ, ਨਾ ਕੁਝ ਹੁੰਦਾ ਹੈ। that is the last stage of ਚੇਤਨਾ, ਜਿਹੜੀ ਕਾ ਰੀਅਲ ਸਟੇਟ ਆਫ ਸੋਲ ਹੈਗੇ, ਜਿੱਥੇ ਇਸ ਟੋਟਲੀ ਪਿਓਰ। ਅਦਰਵਾਈਜ਼ ਦਾ ਟੋਟਲ ਕੌਨਸ਼ੀਅਸਨੈਸ ਜਿਹੜੇ ਨਾਲ ਅਸੀਂ ਵਰਤ ਰਹੇ ਹਾਂ, ਭਾਵੇਂ ਅਸੀਂ ਚੰਗੇ ਕੰਮ ਕਰੀਏ, ਭਾਵੇਂ ਮੰਦੇ ਕਰੀਏ, ਭਾਵੇਂ ਅਸੀਂ ਆਪਣਾ ਕਿਸੇ ਦਾ ਬੁਰਾ ਕਰੀਏ, ਕਿਸੇ ਦਾ ਭਲਾ ਕਰੀਏ, ਕਰਦੇ ਅਸੀਂ ਸਾਰਾ ਚੇਤਨਾ ਨਾਲ ਹੀ। ਸੋ ਇੱਕ ਜੀਵ ਆਤਮਾ ਇੰਡੀਵਿਜੂਅਲ ਲੈਵਲ, ਐਂਡ ਇੱਕ ਵੇ ਨੈਕਸਟ ਵੇ यूनिवर्सल आत्मा, यूनिवर्सल कॉन्शियसनेस, यूनिवर्सल चेतना, जिन्हों के असी ब्रह्मांड हुणे डिस्कस कर रहे हैं, जेड़ी के सारे संसार विच इकट्ठी वरत रही है, ओनू असी यूनिवर्सल चेतना कहने, वो भी चेतना। देन तुसी उस तो नेक्स्ट चले जांदे हो, तुसी कुदरत नूं भी पार कर जांदे हो, यू बिकम वन विद हिम, and that is super conscious, that is also चेतना। सो हुण असी ये समझा कि चेतना दे लेवल्स ने, चेतना is one only consciousness, but ਇਹਦੇ level ने। So what we are doing गुरबाणी दे नाल और ये समझ नाल की कर रहे हैं कि we are going to higher stages of चेतना,
ਐਂਡ ਲਾਸਟ ਵਾਲੀ ਸਟੇਜ ਜਿਹੜੀ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਸੁਪਰ ਕੌਨਸ਼ੀਅਸਨੈਸ, that is the stage of ਦ੍ਰਿਸ਼ਟਾ, ਜਿਹਨੂੰ ਅਸੀਂ ਥੋੜਾ ਜਿਹਾ ਫਿਰ ਕੰਪਲਿਕੇਟਡ ਹੋ ਜਾਂਦੇ, ਇਸ ਕਰਕੇ ਮੈਂ ਜ਼ਿਆਦਾ ਨਹੀਂ ਬੋਲਾਂਗੀ। ਨਹੀਂ ਤੁਸੀਂ ਜਿਹੜਾ ਇੱਕ ਵਰਡ ਕਹਤਾ ਨਾ ਦ੍ਰਿਸ਼ਟਾ, ਉਹਦੇ ਨਾਲ ਇਟ ਮੇਕਸ ਅ ਲੋਟ ਆਫ ਸੈਂਸ ਫॉर दैट। ਯਾ ਸੋ ਜਦੋਂ ਫਿਰ ਤੁਸੀਂ ਜਦੋਂ ਉਸ ਲੈਵਲ ਤੇ ਪਹੁੰਚ ਜਾਂਦੇ ਆ ਨਾ ਦ੍ਰਿਸ਼ਟਾ, then nothing remains, nothing remains। ਤੁਹਾਡਾ ਫਿਰ ਕੋਈ ਰੈਜ਼ੀਡਿਊਲ ਹੈ ਹੀ ਨਹੀਂ, ਨੋ ਜਨਮ ਮਰ, ਦੈਟਸ ਆਲ। ਮਤਲਬ ਕਿ ਜਦੋਂ ਤੁਹਾਡਾ ਇੰਨਾ ਕਲੀਨ ਹੋ ਜਾਂਦਾ, ਇੰਨਾ ਕਲੀਨ ਕੌਨਸ਼ੀਅਸਨੈਸ ਚੇਤਨਾ ਹੋ ਜਾਂਦੀ ਹੈ, ਸੋ ਵਾਟ ਵੀ ਆਰ ਡੂਇੰਗ, ਵੀ ਆਰ ਕਲੀਨਿੰਗ। ਅਸੀਂ ਕੀ ਕਰ ਰਹੇ ਹਾਂ, ਅਸੀਂ ਚੇਤਨਾ ਨੂੰ ਕਲੀਨ ਹੀ ਕਰ ਰਹੇ ਹਾਂ ਹਰ, ਠੀਕ ਹੈ ਨਾ। it doesn't get cleaned in one day, it doesn't get one in one go, thought doesn't go in one go, doesn't, because ਜਿੰਨੀ ਸਾਡੀ ਚੇਤਨਾ ਅੱਗੇ ਵੱਧਦੀ ਹੈ, ਕਿਸ ਤਰ੍ਹਾਂ ਵੱਧਦੀ ਹੈ, ਇੱਕ ਤੇ ਵੱਧਦੀ ਹੈ ਸਾਡੀ ਸਮਝ ਨਾਲ। ਦੇਖੋ ਇਹਦੀਆਂ ਬਹੁਤ ਸਾਰੀਆਂ ਸਟੇਜਿਸ ਨੇ। ਅਸੀਂ ਕਿਸ ਸਟੇਜ ਤੇ ਐਕਸਟਰਨਲ ਜਿਹੜਾ ਸਾਡਾ ਪਰਸੈਪਸ਼ਨ ਹੈ, ਉਹ ਐਕਸਟਰਨਲ ਪਰਸੈਪਸ਼ਨ ਹੈ, ਉਹਨੂੰ ਅਸੀਂ ਨੈਕਸਟ ਲੈਵਲ ਤੇ ਲੈਂਦੇ ਹਾਂ। ਹੁਣ ਜਿਹੜਾ ਸ਼ਬਦ ਹੈ ਉਹ ਵੀ ਐਕਸਟਰਨਲ ਪਰਸੈਪਸ਼ਨ ਹੈ। ਹੁਣ ਅਸੀਂ ਇਹਦਾ ਅਰਥ ਲੈਂਦੇ ਹਾਂ। ਹੁਣ ਜਦੋਂ ਮੈਂ ਬੋਲ ਰਹੀ ਹਾਂ ਤਾਂ ਪਹਿਲਾਂ ਤੇ ਐਕਸਟਰਨਲ ਵਰਡ ਆਇਆ ਨਾ, ਫਿਰ ਤੁਸੀਂ ਉਹਦਾ ਅਰਥ ਜਿਹੜਾ ਤੁਸੀਂ ਸਮਝਿਆ, ਹੁਣ ਉਹਦਾ ਤੁਸੀਂ ਅਗਲਾ ਭਾਵ ਸਮਝਿਆ, ਠੀਕ ਹੈ ਨਾ। ਭਾਵ ਤੋਂ ਅੱਗੇ ਉਹਨੂੰ ਤੁਸੀਂ, ਹੁਣ ਤੁਸੀਂ ਭਾਵ ਤੱਕ ਆ ਗਿਆ, ਹੁਣ ਤੁਸੀਂ ਇਸ ਕਾਬਿਲ ਹੋ ਗਏ, ਤੁਸੀਂ ਉਹਨੂੰ ਆਪਣੀ ਲਾਈਫ ਵਿੱਚ ਲਾਗੂ ਕਰ, ਤੁਸੀਂ ਆਪਣੇ ਜੀਵਨ ਦਾ ਹਿੱਸਾ ਬਣਾ ਦੇ, ਠੀਕ ਹੈ। ਹੁਣ ਅੱਜ ਮੈਂ ਜਿਹੜਾ ਬੋਲਿਆ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਇਹ ਅੱਜ ਅਸੀਂ ਉਹਦਾ ਬਾਹਰਲਾ ਰੂਪ ਡਿਸਕਸ ਕੀਤਾ, ਜਿਹੜਾ ਕਿ ਸਾਡਾ ਬਾਹਰਲਾ ਰੂਪ ਹੈ। ਪਰ ਹੁਣ ਇੱਕ ਸਾਨੂੰ ਸਹੂਲੀਅਤ ਇਹ ਹੋ ਜਾਏਗੀ ਕਿ ਜੇ ਅਸੀਂ ਬ੍ਰਹਮਾਂਡ ਨੂੰ ਸਮਝ ਲਿਆ, ਸਾਨੂੰ ਆਪਣੇ ਆਪ ਨੂੰ ਸਮਝਣਾ ਬਹੁਤ ਸੌਖਾ ਹੋ ਜਾਏਗਾ, ਕਿਉਂਕਿ ਜੋ ਕੁਝ ਬ੍ਰਹਮਾਂਡ ਵਿੱਚ ਮੈਂ ਆਪਣੇ ਅੰਦਰ ਤੇ ਦੇਖ ਨਹੀਂ ਸਕਦਾ, ਪਰ ਜਦੋਂ ਮੈਂ ਬ੍ਰਹਮਾਂਡ ਵਿੱਚ ਦੇਖਿਆ ਤੇ ਮੈਂ ਦੇਖਿਆ ਤੇ ਸਭ ਕੁਝ ਮੇਰੇ ਅੰਦਰ ਹੀ ਹੈਗਾ, ਫਿਰ ਮੈਨੂੰ ਸਮਝਣਾ ਸੌਖਾ ਹੋ ਗਿਆ। ਹੌਲੀ ਹੌਲੀ ਕੀ ਐਕਸਪਲੇਨ ਕਰਦਿਆਂ ਇੱਕ ਦੂਸਰੇ ਦੇ ਵਿੱਚੋਂ ਹੀ ਨੌਲੇਜ ਨਿਕਲਦਿਆਂ ਅਸੀਂ ਉਸ ਲੈਵਲ ਤੇ ਚਲੇ ਜਾਂਦੇ ਹਾਂ ਕਿ ਅਸੀਂ, ਸਾਡੀ ਸਮਝ ਇੰਨੀ ਤੇਜ਼ ਹੋ ਜਾਂਦੀ ਹੈ, ਅਸੀਂ ਸੁਪਰ ਕੌਨਸ਼ੀਅਸ ਦੇ ਲੈਵਲ ਤੇ ਐਂਟਰ ਹੋ ਜਾਂਦੇ। ਪਰ ਕਿਸ ਤਰ੍ਹਾਂ ਐਂਟਰ ਹੋਣਾ, ਯੂਜੂਲੀ ਤੇ ਅਸੀਂ ਕਹਿੰਦੇ ਹਾਂ ਕਿ ਇਹ ਕਰਨਾ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਭਰ ਗਿਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ ਮੂਤਬਲੀ ਤੇ ਕੱਪੜ ਭਰ ਗਏ ਮੱਤ ਪਾ ਕੇ ਸੰਗ ਉਹ ਤੋਂ ਪਹਿਨਾਵੇਂ ਕਰਾਂ। ਅੱਛਾ ਹੁਣ ਅਸੀਂ ਇੱਥੇ ਕਹਿ ਲਿਆ ਭਰ ਗਏ ਮੱਤ ਪਾ ਕੇ ਸੰਗ ਉਹ ਤੋਂ ਪਹਿਨਾਵੇਂ, ਅਸੀਂ ਇੱਥੇ ਦੇ ਇੱਥੇ ਰਹੇ। ਬਟ ਹਾਊ ਟੂ ਵਾਸ਼ ਇਟ, ਕਿਸ ਲੈਵਲ ਤੇ, ਕਿਸ ਸਮਝ ਤੇ। ਨਾਵੇਂ ਨੂੰ ਇੱਥੇ ਜੇ ਛੱਡ ਦਈਏ, ਨਾਵੇਂ ਕੇ ਰੰਗ, ਕਿਸ ਤਰ੍ਹਾਂ ਉਸ ਨਾਵੇਂ ਦੀ ਡਿਟੇਲ, ਉਹਦੀ ਮਤਲਬ ਐਕਸਪਲੇਨੇਸ਼ਨ, ਉਹਦੀ ਸਾਰੀ ਪੂਰੀ ਅੰਡਰਸਟੈਂਡਿੰਗ ਹੈ ਕਿਸ ਤਰ੍ਹਾਂ ਨਾਵਾਂ ਤੇ ਬਹੁਤ ਸਾਰੀ ਗੁਰਬਾਣੀ ਨਾਮ, ਸਾਰੇ ਅਧਿਆਤਮ ਨਾਮ। ਸੋ ਕਿਸ ਲੈਵਲ ਤੇ ਅਸੀਂ ਸਮਝਣਾ, ਮੇਨ ਚੀਜ਼ ਹੋਵੇ। ਜਿਉਂ ਸਾਡੀ ਸਮਝ ਸੂਖਸ਼ਮ ਜਾਂਦੀ ਹੈ, ਸਾਡੇ ਥਾਟ ਜਿਹੜੇ ਨੇ ਉਹ ਲੈਸ ਹੁੰਦੇ ਨੇ। ਕਿਸ ਤਰ੍ਹਾਂ ਲੈਸ ਹੁੰਦੇ ਨੇ, ਜਿਹੜੀ ਮਨ ਦੀ ਵਰਕਿੰਗ ਹੈ ਇਹ ਬੜੀ ਅਜੀਬ ਹੈ। ਪਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਨੂੰ ਬਹੁਤ ਸਾਰੀ ਸਮਝ ਜਿਹੜੀ ਹੈ ਉਹ ਮਨ ਦੀ ਵਰਕਿੰਗ ਤੋਂ ਬਾਅਦ ਆਈ ਹੈ। ਮਨ ਕਿਸ ਤਰ੍ਹਾਂ ਕੰਮ ਕਰਦਾ ਹੈ, ਇਹਦੇ ਤੇ ਮੇਨਲੀ ਤੁਸੀਂ ਆਪਣੇ ਆਪ ਨੂੰ ਇਨਕੁਆਇਰੀ ਕਰਨੀ ਹੈ, ਇਹਦੇ ਤੇ ਇਹ ਅਵੇਅਰਨੈਸ ਇਹਦੇ ਤੇ ਪਾਉਣਾ ਕਿ ਮਨ ਕੰਮ ਕਿਵੇਂ ਕਰ, ਇਹ ਥਾਟ ਮੈਨੂੰ ਆਇਆ, ਇਹਦੇ ਵਿੱਚ ਕੀ ਸੀ, ਇਹਦਾ ਬੈਕਗ੍ਰਾਉਂਡ ਕੀ ਸੀ, ਇਹਦੀ ਕਾਜ਼ ਕੀ ਸੀ, ਇਹਦੀ ਰੂਟ ਕੀ ਸੀ। ਸੋ ਉਹਦੀ ਇਨਕੁਆਇਰੀ ਕਰਦਿਆਂ ਯੂ ਵਿਲ ਗੋ ਟੂ ਅ ਲੈਵਲ ਕਿ ਹੁਣ ਜਦੋਂ ਤੁਹਾਨੂੰ ਉਹ ਥਾਟ ਆਏਗਾ, ਤੁਸੀਂ ਉਸ ਥਾਟ ਨੂੰ ਇੰਨੇ ਅਵੇਅਰਨੈਸ ਨਾਲ ਦੇਖੋਗੇ ਕਿ ਨੈਕਸਟ ਟਾਈਮ ਉਹ ਥਾਟ ਜਿਹੜਾ ਤੁਹਾਨੂੰ ਨਹੀਂ ਆਏ। ਇਹ ਸਾਰਾ ਤੁਹਾਡਾ ਜਿਹੜਾ ਸਬ ਕੌਨਸ਼ੀਅਸ ਹੈ, ਮਾਈਂਡ ਵੀ ਨਿਕਲਦਾ ਇੰਨਾ ਨਿਕਲ ਜਾਏਗਾ ਕਿ ਵੀ ਵਿਲ ਬੀ ਓਨਲੀ ਥਿੰਗ, ਸਾਡਾ ਜਿਹਨੂੰ ਅਸੀਂ ਸੰਸਕਾਰ ਕਹਿੰਦੇ ਆ ਉਹ ਸਬ ਕੌਨਸ਼ੀਅਸ ਭਰਿਆ ਹੋਇਆ, ਹੌਲੀ ਹੌਲੀ ਉਹ ਨਿਕਲ ਗਿਆ, ਇਸ ਸਮਝ ਦੇ ਨਾਲ ਉਹ ਨਿਕਲ ਰਿਹਾ। ਐਂਡ ਦਿਸ ਇਜ਼ ਦ ਬੈਸਟ ਸਟੇਜ ਜਿਹੜੀ ਹੈ ਸਮਝਣ ਦੀ, ਇਹ ਵੇ ਕਿ ਜੇ ਅਸੀਂ ਉਹਨੂੰ ਜ਼ਿਆਦਾ ਧਿਆਨ ਪਾ ਕੇ ਸਮਝੀਏ, ਉਹ ਵੇ ਕਿ ਜੋ ਬ੍ਰਹਮੰਡੇ ਸੋਈ ਪੈਂਦੇ, ਮੈਂ ਕੀ ਹਾਂ, ਮੇਰਾ ਅੰਦਰਲਾ ਬਾਹਰਲਾ ਰੂਪ ਕੀ ਹੈ, ਔਰ ਮੇਰਾ ਅੰਦਰਲਾ ਬਾਹਰਲਾ ਰੂਪ ਜਿਹੜਾ ਉਹਨੂੰ ਮੈਂ ਸਮਝ ਕੇ ਜਦੋਂ ਉਹਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ, ਤੇ ਨਾ ਤੇ ਮੇਰੇ ਮਨ ਵਿੱਚ ਕੋਈ ਵਿਚਾਰ ਆਉਣਗੇ, ਨਾ ਮੇਰੇ ਮਨ ਵਿੱਚ ਕਿਸੇ ਨਾਲ ਦੁਸ਼ਮਣੀ ਆਏਗੀ, ਨਾ ਮੈਂ ਫਿਰ ਕਰਾਂਗੀ, ਮੈਂ ਕਰਾਂਗੀ ਬੜੀ ਕੋਸ਼ਿਸ਼ ਨਾਲ, ਮੈਂ ਕੋਸ਼ਿਸ਼ ਹੀ ਨਹੀਂ ਕਰਾਂਗੀ, and it will happen, it will go automatic, it will run away, ਤੁਹਾਨੂੰ ਪਤਾ ਹੀ ਨਹੀਂ ਲੱਗਿਆ। you will say ਕਿ ਮੈਂ ਤੇ how have I changed so much। ਇਹ ਪਰਮਾਤਮਾ ਦੀ ਗ੍ਰੇਸ ਹੈ, ਕਿਉਂਕਿ ਪਰਮਾਤਮਾ ਦਾ ਕਾਨੂੰਨ
ਬੜਾ ਹੀ ਇੰਟੈਲੀਜੈਂਟ, ਬੜਾ ਹੀ ਗਹਿਰਾ, ਬੜਾ ਹੀ ਹੈਲਪਫੁਲ। ਜਿਉਂ ਹੀ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਦਿਲੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇੰਟੈਲੀਜੈਂਟਲੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਜਿਹੜਾ ਕਿ ਮੈਂ ਆਪਣੇ ਸ਼ਬਦਾਂ 'ਚ ਕਈ ਵਾਰੀ ਐਕਸਪਲੇਨ ਕੀਤਾ ਹੈ, ਗੁਰਬਾਣੀ ਨੂੰ ਗਹਿਰਾਈ ਨਾਲ ਸਮਝਣਾ, ਕਲੈਰਿਟੀ ਨਾਲ ਸਮਝਣਾ, ਫਿਰ ਉਹਨੂੰ ਆਪਣੇ ਜੀਵਨ ਵਿੱਚ ਲਿਆਣਾ। ਇਹ ਹੁੰਦਿਆਂ ਮਨ ਇੰਨਾ ਮਤਲਬ ਇੱਕ ਸ਼ਾਂਤ ਹੁੰਦਾ ਜਾਂਦਾ ਕਿ ਉਹਦੀ ਸਮਝਣ ਦੀ ਸ਼ਕਤੀ ਵੱਧਦੀ ਜਾਂਦੀ। ਅਜੇ ਮਨ ਸ਼ਾਂਤ ਨੇ, ਮਨ ਦੇ ਵਿੱਚ ਜਿਹੜੇ ਪੁਰਾਣੇ ਵਿਚਾਰ ਨੇ ਉਹ ਇੰਨਾ ਕੌਨਫਲਿਕਟ ਲਿਆਉਂਦੇ ਨੇ ਕਿ ਬਾਰ-ਬਾਰ ਆਉਂਦੇ ਨੇ। ਸੋ ਉਹਦਾ ਇੱਕ ਤਰੀਕਾ ਤਾਂ ਇਹ ਹੀ ਹੈ ਕਿ ਕੋਸ਼ਿਸ਼ ਕਰਨੀ ਕਿ ਪ੍ਰੈਜ਼ੈਂਟ, ਪਾਸਟ ਔਰ ਫਿਊਚਰ ਜਿਹੜਾ ਉਹਦੇ ਬਾਰੇ ਵਿਚਾਰ ਨਾ ਆਏ। ਸਿਰਫ ਜੇ ਪ੍ਰੈਜ਼ੈਂਟ ਮੂਮੈਂਟ ਜੋ ਅਸੀਂ ਕਰ ਰਹੇ ਹਾਂ, ਹੁਣ ਤੁਸੀਂ ਜਿਸ ਤਰ੍ਹਾਂ ਸੁਣ ਰਹੇ ਹੋ, ਯੂ ਆਰ ਵਨ ਵਿਦ ਦੈਟ, ਆਈ ਨੋ, ਤੁਹਾਡੀ ਫੁੱਲ ਅਟੈਂਸ਼ਨ ਉਹਦੇ, ਯੂ ਆਰ ਵਨ ਇਨ ਦ ਪ੍ਰੈਜ਼ੈਂਟ। ਆਮ ਲਾਈਫ ਵਿੱਚ ਕੀ ਹੁੰਦਾ, ਅਸੀਂ ਸਾਰਾ ਵਕਤ ਪਾਸਟ ਦੀਆਂ ਯਾਦਾਂ ਉਹਦੇ ਨਾਲ ਜੁੜੇ ਆ, ਫਿਊਚਰ ਦੇ ਫਿਕਰ। ਹੁਣ ਜਦੋਂ ਅਸੀਂ ਪਰਮਾਤਮਾ ਵੱਲ ਲੱਗ ਜਾਂਦੇ ਹਾਂ ਇਸ ਤਰੀਕੇ ਨਾਲ ਕਿ ਤੂੰ ਹੀ ਕਰ ਰਿਹਾ, ਤੂੰ ਹੀ ਕਰ ਰਿਹਾ, ਕੀ ਹੁੰਦਾ ਹੈ ਕਿ ਉਹ ਆਪਣੇ ਆਪ ਬੇਫਿਕਰੀ ਹੋਣੀ ਸ਼ੁਰੂ ਹੋ ਜਾਂਦੀ। ਨਾ ਤੁਹਾਨੂੰ ਪਾਸਟ ਯਾਦ ਆਉਂਦਾ ਤੇ ਨਾ ਫਿਊਚਰ, ਇਸ ਕਰਕੇ ਕਿ ਮੈਂ ਪਾਸਟ ਤੇ ਮੈਨੂੰ ਕਿਸੇ ਨਾਲ ਹੁਣ ਕੋਈ ਵੈਰ ਵਿਰੋਧ ਹੀ ਨਹੀਂ ਰਿਹਾ, ਫਿਊਚਰ ਦਾ ਇਸ ਕਰਕੇ ਜੋ ਕਰਨਾ ਉਹਨੇ ਕਰਨਾ, ਮੈਂ ਕਿਉਂ ਚਿੰਤਾ ਕਰਾਂ। ਇਹ ਹੌਲੀ ਹੌਲੀ ਇਹ ਸਾਰਾ ਫਿਰ ਵਸ ਜਾਂਦਾ ਅੰਦਰ। ਤੋ ਨਿਜ ਘਰ ਵਸਿਆ, ਜਦੋਂ ਨਿਜ ਘਰ ਵਸ ਜਾਂਦਾ ਹੈ ਤੇ ਫਿਰ ਇਹ ਅਵਸਥਾ ਆਪਣੇ ਆਪ ਬਣ ਜਾਂਦੀ। ਐਂਡ ਵੀ ਆਰ ਟਰਾਈਂਗ ਦੈਟ ਓਨਲੀ। ਅਸੀਂ ਹੌਲੀ ਹੌਲੀ ਉਧਰ ਹੀ ਜਾ ਰਹੇ ਹਾਂ। ਜਿੰਨੀ ਸਾਡੀ ਸਮਝ ਵੱਧ ਰਹੀ ਹੈ ਉਹਨਾਂ ਮਨ ਜਿਹੜਾ ਉੱਚਾ ਹੁੰਦਾ ਜਾ ਰਿਹਾ, ਮਨ ਦੀ ਸਮਝ ਵੱਧਦੀ ਜਾ ਰਹੀ ਹੈ। ਔਰ ਇਹ ਗੁਰਬਾਣੀ ਦੇ ਨਾਲ ਹੀ ਵੱਧ ਰਹੀ ਹੈ। ਗੁਰਬਾਣੀ ਦੇ ਨਾਲ ਤਾਂ ਹੀ ਵੱਧ ਰਹੀ ਹੈ ਕਿਉਂਕਿ ਅਸੀਂ ਸਮਝ ਰਹੇ ਹਾਂ, ਸਮਝ ਕੇ ਉਹਨੂੰ ਆਪਣੇ ਜੀਵਨ ਵਿੱਚ ਲਗਾ ਰਹੇ ਹੈਗੇ ਆ। ਔਰ ਥਾਟ ਉਹਦੇ ਨਾਲ ਹੌਲੀ ਹੌਲੀ ਸਲੋ ਹੁੰਦੇ ਜਾ ਰਹੇ। ਥਾਟ ਇੱਕਦਮ ਖਤਮ ਨਹੀਂ ਹੁੰਦੇ, ਸਲੋ ਹੁੰਦੇ ਜਾਂਦੇ ਹੈਗੇ। ਸਲੋ ਹੁੰਦਿਆਂ ਫਿਰ ਉਹੀ ਮੈਂ ਤੁਹਾਨੂੰ ਜਿਹੜਾ ਕਿਹਾ ਨਾ ਕਿ ਪਹਿਲੀਆਂ ਕਲਾਸਾਂ ਥੋੜੀਆਂ ਮੁਸ਼ਕਿਲ ਨੇ, ਥੋੜਾ ਜਿਹਾ ਤੁਸੀਂ ਅੱਗੇ ਨਿਕਲ ਜਾਓ ਨਾ ਤੇ ਫਿਰ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਮੇਰੀ ਹੁਣ ਕੀ ਅਵਸਥਾ ਹੈ, ਮੇਰੀ ਚੇਤਨਾ ਦੀ ਕੀ ਅਵਸਥਾ ਹੈ ਤੇ ਮੈਂ ਡਿਵੈਲਪ ਹੋ ਰਹੀ ਹਾਂ। ਫਿਰ ਤੁਹਾਡੇ ਅੰਦਰ ਇਹ ਡਿਜ਼ਾਇਰ ਨਹੀਂ ਹੋਏਗੀ ਕਿ ਇਹ ਕਿਉਂ ਹੋ ਰਿਹਾ, ਇਹ ਕਿਉਂ ਹੋ ਰਿਹਾ, ਮੈਂ ਇਹਦੇ ਵਿੱਚੋਂ ਨਿਕਲ ਕਿਉਂ ਨਹੀਂ ਰਿਹਾ, ਮੈਂ ਥਾਟ ਜਾ ਕਿਉਂ ਨਹੀਂ ਰਿਹਾ। ਹੁਣ ਤੁਹਾਨੂੰ ਸਮਝ ਆ ਰਹੀ ਇਹ ਥਾਟ ਕਿਉਂ ਆ ਰਹੇ ਨੇ, ਕਿਸ ਲੈਵਲ ਤੇ ਆ ਰਹੇ ਨੇ, ਇਹਦੀ ਕਾਜ਼ ਕੀ ਹੈ। ਯੂ ਕੈਨ ਐਨਾਲਾਈਜ਼। ਜੇ ਤੁਸੀਂ ਐਨਾਲਾਈਜ਼ ਕਰਦੇ ਹੋ ਤੇ ਥਾਟ ਵੈਨਿਸ਼ ਹੋ ਜਾਂਦੇ ਨੇ। ਮੇਰਾ ਖਿਆਲ ਹੈ ਮੈਂ ਥੋੜਾ ਮੁਸ਼ਕਿਲ ਐਕਸਪਲੇਨ ਕਰ ਦਿੱਤਾ, ਕਿਉਂ ਡਾਲੀ ਜੀ? ਨਹੀਂ ਭੈਣ ਜੀ, ਬਹੁਤ ਮੈਨੂੰ ਤੇ ਬਿਲਕੁਲ ਕਲੀਅਰ ਹੋ ਗਿਆ, ਮੈਨੂੰ ਕਲੀਅਰ ਹੋ ਗਿਆ, ਤੁਸੀਂ ਕਾਫੀ ਕਲੀਅਰ ਹੋ ਗਿਆ। ਹਾਂਜੀ, ਤੇ ਮੈਨੂੰ ਉਹ ਵੀ ਤੁਹਾਡੀ ਜਿਹੜੀ ਦੋ ਚੀਜ਼ਾਂ ਸੀਗੀਆਂ ਕੁਐਸਚਨ, ਇੱਕ ਤੁਸੀਂ ਕੌਨਸ਼ੀਅਸ, ਸੁਪਰ ਕੌਨਸ਼ੀਅਸ ਤੇ ਸਬਕੌਨਸ਼ੀਅਸ, ਅਨਕੌਨਸ਼ੀਅਸ, ਉਹ ਬਿਲਕੁਲ ਹੀ ਕਲੀਅਰ ਹੋ ਗਿਆ। ਸਿੰਪਲ ਤੁਸੀਂ ਕਿਹਾ ਕੌਨਸ਼ੀਅਸ ਉੱਥੇ ਸਰੀਰਕ ਹੈਗਾ ਸਾਰਾ ਕੁਝ, ਜਿਹੜਾ ਤੁਹਾਡਾ ਅਨਕੌਨਸ਼ੀਅਸ ਕੰਪਲੀਟਲੀ ਕੁਝ ਨਹੀਂ ਹੋ ਰਿਹਾ, ਸਲੀਪ, ਨੋ ਪ੍ਰੋਗਰੈਸ। ਐਗਜ਼ੈਕਟਲੀ। ਹੁਣ ਜਿਹੜਾ ਤਿੰਨੋਂ ਚੀਜ਼ਾਂ ਕਲੀਅਰ ਹੋ ਗਈਆਂ ਬਿਲਕੁਲ ਜੀ, ਬਹੁਤ ਸੋਹਣੀਆਂ। ਜਿਹੜਾ ਕੌਨਸ਼ੀਅਸ ਲੈਵਲ ਹੈ ਟੋਟਲੀ ਵਰਕ ਕਿਹਦੇ ਤੇ ਕਰ ਰਿਹਾ? ਈਗੋ ਤੇ ਵਰਕ ਕਰ, ਹੰਕਾਰ ਤੇ ਕਰ। ਲੇਕਿਨ ਜਿਉਂ ਹੀ ਤੁਸੀਂ ਉਹ ਆਪਣਾ ਉਹਨੂੰ ਮਤਲਬ ਆਪਣਾ ਚਾਰਜ ਹੀ ਉਹਨੂੰ ਦੇ ਦਿੱਤਾ, ਉਹਨੇ ਹੀ ਚਾਰਜ ਲੈ ਲਿਆ ਕਿ ਤੂੰ ਹੀ ਕਰ ਰਿਹਾ, ਮੈਂ ਤੇ ਕਰ ਹੀ ਨਹੀਂ ਰਿਹਾ। ਵੇਅਰ ਇਜ਼ ਦਾ ਈਗੋ? ਹੁਣ ਮਨ ਤੇ ਇੱਥੇ ਕਹਿੰਦੇ ਨੇ ਮਨ ਦਾ ਮਰਨਾ, ਇਹਨੂੰ ਮਨ ਦਾ ਮਰਨਾ ਕਹਿੰਦੇ। ਹੁਣ ਮਨ ਕਹਿੰਦਾ ਹੈ ਕਿ ਯਾਰ ਮੈਂ ਤੇ ਬੜਾ ਭੁਲੇਖਾ ਸੀ ਮੈਨੂੰ ਕਿ ਮੈਂ ਕਰ ਰਿਹਾ, ਇਹ ਤੇ ਗੱਲ ਹੀ ਕੁਝ ਹੋਰ ਨਿਕਲੀ। ਹੁਣ ਬੁੱਧੀ ਨੇ ਕਿਹਾ ਕਿ ਮਨ ਨੂੰ ਕਿ ਤੂੰ ਸੋਚ ਕੀ ਕਰ ਰਿਹਾ ਹੈਗਾ, ਤੂੰ ਨਹੀਂ ਹੈਗਾ। ਹੁਣ ਬੁੱਧੀ ਨੇ ਮਨ ਨੂੰ, ਵਿਵੇਕ ਬੁੱਧੀ ਨੇ ਮਨ ਨੂੰ ਸਮਝਾਇਆ ਤੇ ਮਨ ਨੇ ਕਿਹਾ ਹਾਂ ਮੈਨੂੰ ਤਾਂ ਸਮਝ ਹੀ ਨਹੀਂ ਸੀ ਆ ਰਹੀ, ਮੈਂ ਤਾਂ ਸੋਚਦਾ ਸੀ ਮੈਂ ਕਰ ਰਿਹਾ ਵਾਂ, ਹੁਣ ਤੇ ਮੈਨੂੰ ਸਮਝ ਹੀ ਆ ਗਈ ਕਿ ਮੈਂ ਤੇ ਕਰ ਹੀ ਨਹੀਂ ਰਿਹਾ। ਇੱਥੇ ਫਿਰ ਹੰਕਾਰ ਦਾ ਅੰਤ ਹੁੰਦਾ ਆ ਕੇ। ਹੌਲੀ ਹੌਲੀ ਇਹ ਤੁਹਾਡੇ ਜਦੋਂ ਜਿਉਂ ਅੰਦਰ ਵਸ ਜਾਂਦਾ ਹੈ ਤੇ ਫਿਰ ਹੌਲੀ ਹੌਲੀ ਹੁਣ ਤੁਹਾਡੇ ਅੰਦਰ ਇਹ ਵੀ ਕੁਐਸਚਨ ਆਉਣਗੇ ਕਿ ਅੰਦਰ ਕਿਵੇਂ ਵਸੇ। isn't it ਕੁਐਸਚਨ ਦੇ ਵਿੱਚੋਂ ਕੁਐਸਚਨ ਨਿਕਲਣਗੇ, ਕੁਐਸਚਨ ਦੇ ਵਿੱਚੋਂ ਕੁਐਸਚਨ ਨਿਕਲਣ। ਐਂਡ ਇਟਸ ਵੈਰੀ ਗੁੱਡ, ਇਟ ਸ਼ੁੱਡ ਹੈਪਨ ਕਿ ਕੁਐਸਚਨ ਦੇ ਵਿੱਚੋਂ ਕੁਐਸਚਨ ਨਿਕਲੇ ਕਿ ਹਾਊ ਇਟ ਸ਼ੁੱਡ ਹੈਪਨ। ਹੁਣ ਇਹ ਕਿਸ ਤਰ੍ਹਾਂ ਹੋਵੇ? ਕਿਉਂ ਡਾਲੀ ਜੀ, ਨਿਕਲਦਾ ਹੈ ਨਾ? ਹਾਂ ਬਿਲਕੁਲ ਬਿਲਕੁਲ ਬਿਲਕੁਲ। ਇੱਕ ਨਾ ਭੈਣ ਜੀ ਗੱਲ ਮੇਰੇ ਮਾਈਂਡ 'ਚ ਆ ਰਹੀ ਸੀਗੀ, ਜੋ ਤੁਸੀਂ ਦੱਸ ਰਹੇ ਸੀਗੇ ਕਿ ਜਿਹੜੇ ਥਾਟਸ ਨੇ ਜਲਦੀ ਖਤਮ ਨਹੀਂ ਹੁੰਦੇ, ਫਿਰ ਤੁਸੀਂ ਬਟ ਚੇਂਜ ਆਏਗਾ ਉਹਨਾਂ ਵਿੱਚ, ਜਾਂ ਤੁਸੀਂ ਪ੍ਰੈਜ਼ੈਂਟ 'ਚ ਰਹਿਣਾ ਸ਼ੁਰੂ ਕਰੋ। ਸੋ ਅਸੀਂ
ਦੂਜਾ ਵਿਚਾਰ ਸੀ ਉਹਦੇ ਚ ਮੋਰਨਿੰਗ ਗੱਲ ਹੋ ਰਹੀ ਸੀ ਕਿ ਗੁਰੂ ਸਾਹਿਬ ਨੇ ਸ਼ਬਦਾਂ ਵਿੱਚ ਇੰਨੀ ਕਮਾਲ ਦੀ ਗੱਲ ਕੀਤੀ ਹੈ ਕਿ ਹਰ ਸ਼ਬਦ ਵਿੱਚ ਕੋਈ ਨਾ ਕੋਈ ਮੈਸੇਜ ਦਿੱਤਾ ਹੈ, ਬੜੀ ਕਲੀਅਰ ਮੈਸੇਜ ਦਿੱਤਾ ਹੈ, ਪਰ ਬਹੁਤ ਕਾਫੀ ਸ਼ਬਦ ਨੇ ਜਿਨ੍ਹਾਂ ਵਿੱਚ ਸਾਕਤ ਦੀ ਗੱਲ ਵੀ ਕੀਤੀ ਹੈਗੀ। ਕਿਉਂਕਿ ਸੋ ਜੋ ਅਸੀਂ ਜਦੋਂ ਵਿਚਾਰ ਕਰੇ ਸੀ ਉਹ ਗੱਲ ਆਈ ਕਿ ਸਾਕਤ ਦੀ ਗੱਲ ਕਿਉਂ ਕੀਤੀ ਹੈ, ਇਸ ਕਰਕੇ ਕੀਤੀ ਹੈ ਕਿ ਤੂੰ ਆਪਣੇ ਆਪ ਨੂੰ ਇਹ ਗੁਰੂ ਦੀ ਬਾਣੀ ਸੁਣ, ਇਹਦਾ ਵਿਚਾਰ ਕਰ ਤੇ ਆਪਣੇ ਆਪ ਨੂੰ ਇਵੈਲੂਏਟ ਕਰ ਹਰ ਪੁਆਇੰਟ ਤੇ। ਜਦੋਂ ਆਪਾਂ ਆਪਣੇ ਨੂੰ ਹਰ ਪੁਆਇੰਟ ਤੇ ਇਵੈਲੂਏਟ ਕਰਦੇ ਜਾਵਾਂਗੇ ਨਾ, ਇੱਕ ਤੇ ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜੀਆਂ ਕਮੀਆਂ ਨੇ, ਪਰ ਥੋੜਾ ਪੋਜ਼ਿਟਿਵ ਲਾਈਟ ਵੀ ਸਾਨੂੰ ਨਜ਼ਰ ਆਏਗੀ ਜੇ, ਕਿਉਂਕਿ ਸਾਡੇ ਵਿੱਚ ਸਮਝ ਲਓ ਸਲਾਈਟੈਸਟ ਪੋਸੀਬਲ ਵੀ ਚੇਂਜ ਆਇਆ ਹੈ ਤੇ ਸਾਨੂੰ ਆਪਣੇ ਆਪ ਨੂੰ ਥੋੜੀ ਐਨਕਰੇਜਮੈਂਟ ਮਿਲੇਗੀ। ਸੋ ਅੱਜ ਇੰਨਾ ਕਲੀਅਰ ਅੱਛਾ ਲੱਗ ਰਿਹਾ ਹੈ ਕਿ ਗੁਰੂ ਜੀ ਨੇ, ਅਸੀਂ ਉਹ ਗੱਲ ਕਰ ਸੀ ਪਰ this never came, it just hit me right now ਕਿ ਇਹ ਜਿਹੜਾ ਉਹਨਾਂ ਨੇ ਸਾਕਤ ਪਾਇਆ ਸੀ ਨਾ, ਮਨਮੁਖ ਦੀ ਗੱਲ ਹਰ ਕੋਈ ਵਾਰ ਗੁਰਮੁਖ ਦੀ ਗੱਲ ਕਰਦੇ ਵਿੱਚ ਮਨਮੁਖ ਦੀ ਗੱਲ ਕਰਦੇ ਨੇ, ਸੋ ਦੈਟ ਇੱਕ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਲਈ ਇੱਕ ਟੂਲ ਰੱਖੋ ਕਿ ਹਰ ਪੁਆਇੰਟ ਤੇ ਤੁਸੀਂ ਇਹ ਸਿੱਖਿਆ ਲਵੋ, ਫਿਰ ਆਪਣੇ ਤੇ ਅਪਲਾਈ ਕਰਕੇ ਦੇਖੋ ਕਿ ਮੈਂ ਕਿੱਥੇ ਖੜਾ ਵਾਂ। ਯੈਸ ਰਾਈਟ, ਐਟ ਦ ਸੇਮ ਟਾਈਮ ਹੀ ਇਜ਼ ਟੈਲਿੰਗ ਅਸ ਜੇ ਅਸੀਂ ਇਹ ਕਰਾਂਗੇ ਤੇ ਯਸ ਉਹ ਤੇ ਠੀਕ ਹੈ ਕਿ ਸਾਨੂੰ ਪਤਾ ਲੱਗੇਗਾ ਕਿੱਥੇ ਮੈਂ ਪਹੁੰਚਣਾ ਹੈ, am I living in present or not, ਜੋ ਵੀ ਆਪਣੇ ਗੋਲ ਹੈਗੇ ਕਿੱਥੇ ਪਹੁੰਚਣਾ ਹੈ, ਪਰ ਐਟ ਦਾ ਸੇਮ ਟਾਈਮ ਥੋੜੀ ਜਿਹੀ ਉਹ ਕਹਿੰਦੇ ਨਾ ਲਾਈਟ ਐਟ ਦਾ ਐਂਡ ਆਫ ਦਾ ਟਨਲ, ਹਲਕੀ ਜਿਹੀ ਕੁਝ ਸਾਨੂੰ ਹੌਸਲਾ ਵੀ ਮਿਲੇਗਾ। ਬਿਲਕੁਲ ਬਹੁਤ ਅੱਛਾ, ਮੇਰੇ ਵਿੱਚ ਭਾਵੇਂ ਬਹੁਤ ਥੋੜਾ ਪ੍ਰੋਗਰੈਸ ਹੈ ਪਰ ਕੁਝ ਤੇ ਗੁਰੂ ਸਾਹਿਬ ਨੇ ਪਰਿਵਰਤਨ ਲੈ ਕੇ ਆਏ ਨੇ। ਬਿਲਕੁਲ ਇਹ ਆਪਣੇ ਆਪਣੇ ਆਪ ਨੂੰ ਇਵੈਲੂਏਟ ਕਰਨਾ, ਜਿੰਨਾ ਜੇ ਇਵੈਲੂਏਟ ਨਹੀਂ ਕਰੋਗੇ ਟ੍ਰਾਂਸਫਰਮੇਸ਼ਨ ਨਹੀਂ ਹੋਏਗੀ। ਟ੍ਰਾਂਸਫਰਮੇਸ਼ਨ ਤਾਂ ਹੀ ਹੋਏਗੀ ਜੇ ਇਵੈਲੂਏਟ ਕਰੋਗੇ। ਬਿਲਕੁਲ। ਬਟ ਇਹ ਚੀਜ਼ ਜਿਹੜੀ ਕਿ ਬਹੁਤ ਹੀ ਇੱਕ ਪਰਮਾਤਮਾ ਦੀ ਕਿਰਪਾ ਬਹੁਤ ਵੱਡੀ ਇਹ ਹੈ ਕਿ ਉਹਦਾ ਕਾਨੂੰਨ ਹੀ ਇਸ ਤਰ੍ਹਾਂ ਦਾ ਕਿ ਜਿਸ ਤਰ੍ਹਾਂ ਦੀ ਤੁਸੀਂ ਕੋਸ਼ਿਸ਼ ਕਰਦੇ ਹੋ ਨਾ, ਉਸ ਤਰ੍ਹਾਂ ਦੀ ਮਦਦ ਉਹ ਬਹੁਤ ਜ਼ਿਆਦਾ ਕਰਦਾ। ਇੱਕ ਅਸੀਂ ਡਿਟਰਮਿੰਡ ਆ ਨਾ ਕਿ ਅਸੀਂ ਇਹਦੇ ਵਿੱਚੋਂ ਨਿਕਲਣਾ ਹੀ ਹੈ, ਨਿਕਲਣਾ ਹੀ। ਇੱਕ ਅੰਦਰ ਬੜੀ ਲਗਨ, ਇੱਕ ਪਿੱਛੇ ਖਿੱਚੇ, ਹਰ ਵੇਲੇ ਉਹ ਪਿੱਛੇ ਕੰਮ ਕਰਦੀ ਹੈ। ਐਂਡ ਉਹ ਜਿਹੜੀ ਇੰਨਾ ਵਰਕ ਕਰਦੀ ਹੈ ਕਿ ਤੁਸੀਂ ਹੈਰਾਨ ਹੋ ਜਾਂਦੇ ਹੋ ਕਿ ਪਰਮਾਤਮਾ ਇੰਨਾ ਕਿਰਪਾਲੂ ਹੈ। ਉਹ ਤੇ ਚਾਹੁੰਦਾ, ਉਹ ਕਹਿੰਦਾ ਮੈਂ ਤਾਂ ਬੈਠਾ ਹੋਇਆ ਇਸੇ ਵਾਸਤੇ, ਤੁਸੀਂ ਚੱਲੋ ਤੇ ਸਹੀ, ਮੈਂ ਤਾਂ ਆਪਣਾ ਵੇਟ ਕਰ ਰਿਹਾ ਤੁਹਾਡੀ। ਸੋ ਇਟ ਹੈਪਨਡ। ਐਂਡ ਜਦੋਂ ਇਹ ਸ਼ੁਰੂ ਹੋ ਜਾਂਦਾ ਨਾ ਹੋਣਾ, ਫਿਰ ਤੁਹਾਡੇ ਅੰਦਰ ਇੱਕ ਬੜੀ ਲਗਨ ਬਣ ਜਾਂਦੀ ਹੈ। then you want to know more and more, to be more and more, not only you want to know, you become more and more of that। ਤੁਸੀਂ ਫਿਰ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਟ੍ਰਾਂਸਫਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇੱਕ ਵਾਰੀ ਤੁਹਾਨੂੰ ਐਕਸਪੀਰੀਅੰਸ ਸ਼ੁਰੂ ਹੋ ਜਾਵੇ ਉਸ ਬਲਿਸ ਦਾ, ਤੇ ਫਿਰ ਇਹ ਹੈ ਕਿ ਬੰਦਾ ਉਸ ਤੋਂ ਅੱਗੇ ਫਿਰ ਵੱਧਦਾ ਹੀ ਜਾਂਦਾ, ਵੱਧਦਾ ਹੀ ਜਾਂਦਾ। ਉਹ ਇੱਕੋ ਵਾਰੀ ਦੀ ਤੇ ਗੱਲ ਹੈਗੀ ਭੈਣ ਜੀ, ਉਹ ਇੱਕੋ ਵਾਰੀ ਵਾਲਾ ਉਹ ਵਾਹਿਗੁਰੂ ਮਿਹਰ ਕਰਨ ਕਿ ਸਾਨੂੰ ਸਾਰਿਆਂ ਨੂੰ ਹੋਵੇ। ਨਹੀਂ ਹੋਏਗਾ, ਜ਼ਰੂਰ ਹੋਏਗਾ, ਐਸੀ ਗੱਲ ਬਿਲਕੁਲ ਬਿਲਕੁਲ ਹੁੰਦਾ। ਉਹ ਫਿਕਰ ਹੀ ਨਾ ਕਰੋ, ਇਹ ਹੀ ਨਾ ਕਰੋ ਕਿ ਇੱਕ ਮੈਨੂੰ ਹੋਏਗਾ ਕਿ ਨਹੀਂ, ਉਹ ਤੇ ਹਰ ਇੱਕ ਨੂੰ ਹੋਏਗਾ। ਮੈਂ ਹਰ ਇੱਕ ਦੀ ਗੱਲ ਕਰ ਰਹੀ ਸਾਰਿਆਂ ਦੀ। ਜਦੋਂ ਅਸੀਂ ਉਸ ਰਸਤੇ ਤੇ ਚੱਲ ਰਹੇ ਹਾਂ ਤੇ ਪਰਮਾਤਮਾ ਤੇ ਬੜਾ ਕਿਰਪਾਲੂ ਹੈ, ਤੇ ਬੜਾ ਉਹ ਸਾਡੇ ਨਾਲ ਤੇ ਬਹੁਤ ਜ਼ਿਆਦਾ ਅੱਗੇ ਹੈ। ਅਸੀਂ ਤਾਂ ਸੋਚਦੇ ਹਾਂ ਕਿ ਅਸੀਂ ਕਰ ਰਹੇ ਹਾਂ, ਉਹ ਕਰ ਰਿਹਾ, ਐਕਚੁਅਲੀ ਕਰ ਹੀ ਹੋ ਰਿਹਾ, ਅਸੀਂ ਕਰ ਹੀ ਨਹੀਂ ਰਿਹਾ, ਅਸੀਂ ਕਰ ਸਕਦੇ ਹੀ ਨਹੀਂ ਹੈਗੇ। ਠੀਕ ਹੈ ਜੀ ਆਂਟੀ, what's universal ਚੇਤਨਾ? ਦੇਖੋ ਹੁਣ ਇੱਕ ਤੇ ਨਾ ਕਿ ਤੁਸੀਂ ਇੱਕ ਆਪਣੇ ਇੰਡੀਵਿਜੂਅਲ ਲੈਵਲ ਤੇ ਤੁਹਾਡੀ ਚੇਤਨਾ ਕੰਮ ਕਰ ਰਹੇ ਹੋ, ਠੀਕ ਹੈ ਨਾ, ਇੱਕ ਕੌਨਸ਼ੀਅਸਨੈਸ ਦਾ ਲੈਵਲ ਹੋਵੇ ਕਿ ਤੁਸੀਂ ਇਸ ਲੈਵਲ ਤੇ ਹੋ। ਇੱਕ ਵੇ ਕਿ ਜਿੱਥੇ this is called collective consciousness, ਸਾਡੇ collective consciousness ਦਾ ਜੇ ਯੂਨੀਵਰਸਲ ਕੌਨਸ਼ੀਅਸਨੈਸ ਦਾ ਅਸਰ ਜਿਹੜਾ ਹੈ ਉਹ ਪੂਰੇ ਯੂਨੀਵਰਸ ਤੇ ਸਾਰੇ ਸੰਸਾਰ ਤੇ ਪੈਂਦਾ ਹੈਗਾ। ਔਰ we are being affected by that, and ਜਿਸ ਤਰ੍ਹਾਂ ਦੀ ਅਸੀਂ એનર્ਜੀ ਯੂਨੀਵਰਸ ਨੂੰ ਭੇਜਨੇ ਆ, ਉਸ ਤਰ੍ਹਾਂ ਦੀ ਯੂਨੀਵਰਸ ਸਾਨੂੰ ਭੇਜਦਾ। ਐਂਡ ਇੱਕ ਸਾਡਾ ਧਰਮ ਬਣ ਜਾਂਦਾ ਹੈ ਕਿ ਅਸੀਂ ਯੂਨੀਵਰਸ ਨੂੰ ਪੋਜ਼ਿਟਿਵ એનર્ਜੀ ਭੇਜੀਏ, ਐਂਡ then it will be exchange of positive energy। So this is collective consciousness। ਜਦੋਂ ਅਸੀਂ ਸਾਰੇ ਇਕੱਠੇ ਇੱਕ એનર્ਜੀ ਵਿੱਚ ਆ ਜਾਂਦੇ ਹਾਂ, ਕਿਉਂਕਿ એનર્ਜੀ ਇਜ਼ ਵਨ ਓਨਲੀ, ਪਰਮਾਤਮਾ ਇੱਕ એનર્ਜੀ ਵਨ ਹੈ, ਇੱਕੋ ਹੀ ਸ਼ਕਤੀ ਬਹਿ ਰਹੀ ਹੈ। ਸਾਨੂੰ ਇੰਡੀਵਿਜੂਅਲ ਇਸ ਕਰਕੇ ਲੱਗਦੇ ਕਿ ਅਸੀਂ ਆਪਣੇ ਸਰੀਰਾਂ ਨਾਲ ਜੁੜੇ ਹਾਂ। ਮੈਨੂੰ ਲੱਗਦਾ ਤੁਸੀਂ ਵੱਖਰੇ, ਮੈਂ ਵੱਖਰੇ, ਵੱਖਰੇ ਕਿਉਂਕਿ ਅਸੀਂ ਸਰੀਰਾਂ ਨਾਲ ਜੁੜੇ ਹੋਏ ਹਾਂ। ਜੇ ਅਸੀਂ ਸਰੀਰਾਂ ਨਾਲ ਨਾ ਜੁੜੇ ਹੋਈਏ ਤੇ ਇਹ ਸਰੀਰ ਹੀ ਹੈ ਜਿਹਨੇ ਇਹ ਸ਼ਕਤੀ ਦੇ ਵਿਚਕਾਰ ਇੱਕ ਦੀਵਾਰ ਖੜੀ ਕੀਤੀ ਹੋਈ ਹੈ, ਅਦਰਵਾਈਜ਼ ਤੇ ਸ਼ਕਤੀ ਇੱਕ ਹੀ ਹੈਗੀ। ਜਿਸ ਤਰ੍ਹਾਂ ਹੈ ਕਿ ਬਈ
10 ਭਾਂਡਿਆਂ 'ਚ ਪਾਣੀ ਪਿਆ ਹੈਗਾ, ਉਹਨਾਂ ਨੂੰ ਤੁਸੀਂ ਤੋੜ ਦਿਓ, ਉਹ ਪਾਣੀ ਇਕੱਠਾ ਹੋ ਜਾਏ। ਨਹੀਂ ਤੇ ਉਹ ਸਾਰਿਆਂ ਦੀ ਵੱਖਰੀ ਵੱਖਰੀ ਸ਼ੇਪ ਬਣੀ ਹੈ, ਕਿਸੇ ਗਲਾਸ ਵਿੱਚ, ਕਿਸੇ ਕੱਪ ਵਿੱਚ, ਕਿਸੇ। ਹੁਣ ਜੋ ਤੁਸੀਂ ਤੋੜ ਦਿੱਤਾ, ਉਹ ਸਾਰਾ ਪਾਣੀ ਇਕੱਠਾ ਹੋ ਗਿਆ ਇੱਕੋ ਥਾਂ, ਉਹ ਪਾਣੀ ਤੇ ਇੱਕ ਹੀ ਹੈ। ਸੋ ਸ਼ਕਤੀ ਤੇ ਇੱਕ ਹੀ ਹੈ। ਸੋ ਯੂਨੀਵਰਸਲ ਸ਼ਕਤੀ ਜਿਹੜੀ ਹੈ ਉਹ ਕਲੈਕਟਿਵ ਸ਼ਕਤੀ ਹੈ, ਜਿਹੜੀ ਕਿ ਬਹਿ ਰਹੀ ਹੈ ਔਰ ਸਾਡੇ ਸਾਰਿਆਂ ਨੂੰ ਜਿਸ ਤਰ੍ਹਾਂ ਦੀ ਅਸੀਂ ਥਾਟ ਕਰ ਲੈਂਦੇ ਹਾਂ, ਉਸ ਤਰ੍ਹਾਂ ਦੀ એનર્ਜੀ ਅਸੀਂ ਰਿਸੀਵ ਕਰਨਾ, ਔਰ ਜਿਸ ਤਰ੍ਹਾਂ ਦੀ એનર્ਜੀ ਅਸੀਂ ਭੇਜਦੇ ਹਾਂ, ਉਹ ਯੂਨੀਵਰਸਲ એનર્ਜੀ ਰਿਸੀਵ ਕਰਦੀ ਹੈ। ਸੋ ਦੈਟ ਇਜ਼ ਯੂਨੀਵਰਸਲ। ਉਸ ਤੋਂ ਨੈਕਸਟ એનર્ਜੀ ਜਿਹੜੀ ਹੈ ਉਹ ਦੈਟ ਇਜ਼ ਦ੍ਰਿਸ਼ਟਾ એનર્ਜੀ। ਉਹ ਥੋੜਾ ਜਿਹਾ ਅੱਗੇ ਜਾ ਕੇ ਅਸੀਂ ਉਹਨੂੰ ਮਤਲਬ ਡਿਸਕਸ ਕਰਾਂਗੇ, ਨਹੀਂ ਤੇ ਫਿਰ ਬਹੁਤਾ ਥੋੜਾ ਜਿਹਾ ਨਾ ਕੰਪਲਿਕੇਟ ਹੋ ਜਾਂਦਾ। ਸੋ here anybody else? Renu ji, ਤੁਸੀਂ ਕੋਈ question ਨਹੀਂ ਕਰਦੇ, want you should ask something. ਚੱਲੀ ਗਈ ਰੇਨੂ ਜੀ? ਹਾਂਜੀ ਭੈਣ ਜੀ, ਹਾਂਜੀ। I'm mainly a listener. I just keep absorbing. मैं ते absorb करदी रहंदी हां, इतनी अच्छी गल्लां सब सारे कर रहे पियो ते it's very deep, very deep. Yes, this is very deep। ਔਰ ਇਸ ਕਰਕੇ ਮੈਂ ਕਹਿ ਰਹੀ ਹਾਂ ਕਿ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਇੱਕ ਲੈਕਚਰ ਅਸੀਂ ਹੋਰ ਕਿਉਂ ਡਾਲੀ ਜੀ ਅਗਲੀ ਵਾਰ। ਬਿਲਕੁਲ ਭੈਣ ਜੀ ਬਹੁਤ, ਠੀਕ ਹੈ ਨਾ, ਕਿਉਂਕਿ Yeah, ਇਹ ਬਿਲਕੁਲ। ਮੇਨ ਚੀਜ਼ ਇਹ ਹੈ, ਇਹਨੂੰ ਕਲੀਅਰ ਹੋਣਾ ਬੜਾ ਜ਼ਰੂਰੀ ਹੈ। ਯੈਸ, ਹਾਂਜੀ ਇਟਸ ਨਾਟ ਸੋ ਈਜ਼ੀ ਕਿ ਮੈਂ ਕਹਾਂ ਕਿ ਮੈਂ ਤੁਹਾਨੂੰ ਬੋਲਿਆ ਤੇ ਹੋ ਜਾ, ਇਹ ਨਹੀਂ ਹੁੰਦਾ ਹੈਗਾ। ਮੈਨੂੰ ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਸਾਰਾ ਦੱਸ ਰਹੀ ਹਾਂ, ਸੱਚੀ ਗੱਲ। ਇਟ ਡਜ਼ਨਟ ਹੈਪਨ। ਇਹ ਨਹੀਂ ਕਿ ਵੀ ਮੈਨੂੰ ਇੱਕ ਦਿਨ ਹੀ ਸਮਝ ਆ ਗਈ ਸੀ। ਇਟ ਟੁਕ ਮੀ ਵੈਰੀ ਲੌਂਗ ਟੂ ਰੀਚ ਹੇਅਰ। ਸੋ ਇਸ ਕਰਕੇ ਮੈਂ ਮੇਨ ਚੀਜ਼ ਹੈ ਸਮਝ ਆਣੀ। ਰੈਪੀਟੇਸ਼ਨ ਜਿਹੜੀ ਹੈ ਉਹਦਾ ਬੜਾ ਫਰਕ ਪੈਂਦਾ, ਪਰ ਉਸ ਰੈਪੀਟੇਸ਼ਨ ਨਾਲ ਸਮਝ ਵੱਧਦੀ ਜਾਂਦੀ ਹੈ। ਸੋ ਆਈ ਲਾਈਕ ਕਿ ਵੀ ਉਹਦੀ ਸਮਝ ਆਣੀ ਬੜੀ ਜ਼ਰੂਰੀ ਹੈ, ਤਾਂ ਹੀ ਉਹ ਅਡਾਪਟ ਹੋਏਗਾ ਲਾਈਫ ਵਿੱਚ, ਤਾਂ ਹੀ ਆਏਗਾ। ਨਹੀਂ ਤੇ ਮਨ ਨੂੰ ਸਮਝ ਹੀ ਨਹੀਂ ਆਈ, ਮਨ ਮੰਨੇਗਾ ਕਿਉਂ? ਬਿਲਕੁਲ ਠੀਕ ਹੈ ਨਾ। ਨਹੀਂ ਭੈਣ ਜੀ, ਬਹੁਤ ਸਾਨੂੰ ਆਈ ਥਿੰਕ ਮੇਰਾ ਖਿਆਲ ਅਸੀਂ ਸਾਰੇ ਹੀ ਬਹੁਤ ਇਹਨੂੰ ਵੀ ਆਰ ਐਪਰੀਸ਼ੀਏਟਿੰਗ ਇਹਨੂੰ ਬਹੁਤ ਜ਼ਿਆਦਾ। ਸੋ ਤੁਸੀਂ ਬਿਲਕੁਲ ਟਾਈਮ ਲਵੋ, ਕਿਉਂਕਿ ਇਹ ਬੜੀ ਡੀਪ ਚੀਜ਼ ਹੈ। ਸਾਨੂੰ ਜਿੰਨਾ ਤੁਸੀਂ ਰਿਪੀਟ ਕਰਦੇ ਰਹੋਗੇ ਨਾ, ਫਿਰ ਜਿਹੜੀ ਚੀਜ਼ ਨਹੀਂ ਸੀ ਕਲੀਅਰ ਹੁਣ ਅੱਜ, ਪਹਿਲਾਂ ਨਹੀਂ ਸੀਗੀ, ਹੁਣ ਅੱਜ ਥੋੜੀ ਜਿਹੀ ਹੋਈ, ਇਸ ਤਰ੍ਹਾਂ ਹੋਰ ਵੱਧਦੀ ਜਾਏਗੀ। ਨਹੀਂ ਬਿਲਕੁਲ ਮਤਲਬ ਇਹਨੂੰ ਹੀ ਮੈਂ ਐਕਚੁਅਲੀ ਮੇਨ ਸਾਡਾ ਏਮ ਹੀ ਹੈ ਇੱਥੇ ਪਹੁੰਚਣਾ, ਕਿ ਮੈਂ ਨਹੀਂ ਤੂੰ ਹੀ ਹੈ। ਮਤਲਬ ਅਸੀਂ ਸਾਰੀ ਬਾਣੀ ਪੜ੍ਹਨ ਤੋਂ ਬਾਅਦ ਇੱਥੇ ਹੀ ਪਹੁੰਚਣਾ ਕਿ ਮੈਂ ਨਹੀਂ ਤੂੰ ਹੀ, ਇੱਥੇ ਹੀ ਪਹੁੰਚਣਾ। ਇਹ ਬਹੁਤ hard ਹੈ, it's a very hard process. ਐਕਚੁਅਲੀ ਆਪਣਾ ਰੇਨੂ ਜੀ, ਕੁਛ ਵੀ ਜ਼ਿੰਦਗੀ ਵਿੱਚ ਸੌਖਾ ਨਹੀਂ ਹੈਗਾ। ਔਰ ਐਕਚੁਅਲੀ ਇਹਦੇ ਵਿੱਚ ਤੇ ਜੇ ਤੁਹਾਨੂੰ ਇਹਦੇ ਵਿੱਚ ਤੁਸੀਂ ਅਡਾਪਟ ਕਰ ਲੈਣ, ਜਦੋਂ ਹੋ ਜਾਂਦਾ ਨਾ ਪਰਮਾਤਮਾ ਦੀ ਕਿਰਪਾ ਨਾਲ, ਫਿਰ ਤੁਹਾਨੂੰ ਦੁੱਖ ਸਾਰੇ ਖਤਮ ਹੋ ਜਾਂਦੇ ਨੇ। ਕਿਸ ਤਰ੍ਹਾਂ ਹੁੰਦੇ ਨੇ? there is no answer to that। ਮਤਲਬ ਲਾਈਫ ਕਿੰਨੀ ਸੌਖੀ ਹੋ ਜਾਂਦੀ ਹੈ, ਉਹਦਾ ਕੋਈ ਅੰਤ ਨਹੀਂ। ਯੂ ਕੈਨ ਉਹਦੇ ਵਾਸਤੇ ਤੁਸੀਂ ਕੁਛ ਕਰਨ ਨੂੰ ਤਿਆਰ ਹੋ। ਔਰ ਇਹ ਵੀ ਹੈ ਕਿ ਤੁਸੀਂ ਇਹ ਨਹੀਂ ਕਿ ਲਾਈਫ ਵਾਸਤੇ ਕਰ ਰਹੇ ਹੋ, ਤੁਸੀਂ ਜਨਮ ਹੀ ਇਸ ਵਾਸਤੇ ਲਿਆ। ਅਸੀਂ ਜਨਮ ਹੀ ਇਸ ਵਾਸਤੇ ਲਿਆ, ਸਾਨੂੰ ਸਰੀਰ ਹੀ ਇਸ ਕਰਕੇ ਮਿਲਿਆ ਹੈਗਾ। ਸੋ we have to do justice with the life, that's what to do justice। ਐਂਡ ਜਦੋਂ ਅਸੀਂ ਜਸਟਿਸ ਕਰਨੇ ਆ ਤੇ ਪ੍ਰਮਾਤਮਾ ਇੰਨੀ ਕਿਰਪਾ ਕਰਦਾ, ਸਾਡੀ ਲਾਈਫ ਨੂੰ ਇੰਨਾ ਸੁਖਾਲਾ ਬਣਾ ਦਿੰਦਾ ਹੈਗਾ ਕਿ ਬਟ ਐਨੀਵੇ ਇੰਨਾ ਮੁਸ਼ਕਿਲ ਨਹੀਂ ਹੈਗਾ, ਸ਼ੁਰੂ ਵਿੱਚ ਲੱਗਦਾ। ਕਿਉਂਕਿ ਜਦੋਂ ਅਸੀਂ ਸ਼ੁਰੂ ਸੁਣਿਆ ਤਾਂ ਅਸੀਂ ਕੀਤਾ ਇਹ ਕਿਵੇਂ ਹੋ ਸਕਦਾ ਐ, ਬਟ ਇਹ ਹੋ ਜਾਂਦਾ। ਇਹ ਕਿਉਂਕਿ ਜਿਸ ਦਾ ਸੱਚ ਤੇ ਇਹੀ ਹੈ ਨਾ ਕਿ ਉਹ ਵਸ ਰਿਹਾ, ਸੱਚ ਤੇ ਇਹ ਹੈ ਨਾ। ਝੂਠ ਇਹ ਵੇ ਕਿ ਮੈਂ ਸਰੀਰ, ਮੈਂ ਇਹ ਝੂਠ ਹੈ। ਸੱਚ ਕੀ ਹੈ ਕਿ ਜੋ ਉਹ ਕਰ ਰਿਹਾ ਅੰਤਰ ਬਾਹਰ, ਤੁਸੀਂ ਦੇਖੋ ਤੁਹਾਨੂੰ ਫਿਰ ਇੱਕ ਭਾਵ ਬਣ ਜਾਏਗਾ ਕਿ ਤੁਹਾਡੇ ਰਹਿੰਦਿਆਂ ਵੀ, ਘਰ ਵਿੱਚ ਰਹਿੰਦਿਆਂ ਤੁਹਾਨੂੰ ਇੰਝ ਲੱਗੇਗਾ ਕਿ ਇਹ ਸਾਰਾ ਕੁਝ ਉਹੀ ਹੈ, ਇੱਥੇ ਉਹੀ ਹੈਗਾ ਵੇ, ਕੋਈ ਜਗ੍ਹਾ ਹੀ ਨਹੀਂ ਜਿੱਥੇ ਉਹ ਨਹੀਂ ਹੈਗਾ। ਇਹ ਭਾਵ ਬਣਦਿਆਂ ਬੰਦਾ ਟਾਈਮ ਲੱਗਦਾ, ਬਟ ਜਦੋਂ ਇੱਕ ਵਾਰੀ ਬਣ ਜਾਂਦਾ ਫਿਰ ਜਾਂਦਾ ਵੇ। ਔਰ ਥੋੜਾ ਬਣਦਾ, ਥੋੜਾ ਬਣਦਿਆਂ ਪੂਰਾ ਬਣ ਜਾਂਦਾ ਹੈ। ਐਂਡ ਇੰਨਾ ਬਿਊਟੀਫੁਲ ਭਾਵ ਹੈ ਕਿ ਬੰਦਾ ਕੁਛ ਵੀ ਕਰਨ ਨੂੰ ਤਿਆਰ ਹੁੰਦਾ ਇਹਦੇ ਵਾਸਤੇ। ਆਪਣੇ ਮਨ ਦੀ ਇੰਨੀ ਸ਼ਾਂਤੀ ਹੋ ਜਾਂਦੀ, ਇੰਨੀ ਬਲਿਸ ਹੋ ਜਾਂਦੀ ਹੈ ਕਿ ਤੁਸੀਂ ਮੈਂ ਤੇ ਚਾਹੁੰਦੀ ਹਾਂ ਵੀ ਸਾਰੇ ਜਿਹੜੇ ਨੇ ਪਰਮਾਤਮਾ ਸਾਨੂੰ ਇਹ ਸ਼ਕਤੀ ਦੇਵੇ ਕਿ ਵੀ ਪਰਮਾਤਮਾ ਮਿਹਰ ਕਰੇ ਤੇ ਅਸੀਂ ਸਾਰੇ ਉੱਥੋਂ ਤੱਕ ਪਹੁੰਚੀਏ। ਇਟਸ ਅ ਜਰਨੀ ਐਂਡ ਅ ਬਿਊਟੀ। ਈਵਨ ਜੋ ਭੈਣ ਜੀ ਤੁਸੀਂ ਇਹ ਸਾਡੇ ਕੋਲ ਮੈਸੇਜ ਲੈ ਕੇ ਆਏ ਹੋ, ਸਾਨੂੰ ਇਹ ਸਮਝਾ ਰਹੇ ਹੋ, ਇਹ ਬਾਈ ਇਟਸੈਲਫ ਇਸ ਕੁਝ ਇੰਡੀਕੇਸ਼ਨ ਹੈਗਾ ਕਿ ਵਾਹਿਗੁਰੂ ਚਾਹੁੰਦਾ ਹੈ ਨਾ ਕਿ ਅਸੀਂ ਇਹ ਸੁਣੀਏ ਗੱਲਾਂ।
ਬਿਲਕੁਲ ਬਿਲकुल ਵਾਹਿਗੁਰੂ ਬਿਲकुल ਚਾਹੁੰਦਾ ਹੈ ਕਿ ਸਾਨੂੰ ਪਤਾ ਲੱਗੇ ਕਿ ਕਿਹੜੀਆਂ ਸਟੇजेस ਨੇ। ਵਾਹਿਗੁਰੂ ਚਾਹੁੰਦਾ ਹੈ ਕਿ ਸਾਨੂੰ ਇਵੈਲੂਏਟ Yes. ਕਰਨਾ ਹੈ। ਵਾਹਿਗੁਰੂ ਚਾਹੁੰਦਾ ਹੈ ਕਿ ਅਸੀਂ ਦ੍ਰਿਸ਼ਟਾ ਬਣੀਏ। ਮਤਲਬ ਜਦੋਂ ਸਾਡੇ ਦਿਮਾਗ 'ਚ ਇਹ ਗੱਲਾਂ ਸੁਣਾ ਰਹੇ ਨੇ ਸਾਨੂੰ, ਆਲਰੇਡੀ ਮੈਸੇਜ ਇਜ਼ ਕਮਿੰਗ ਟੂ ਅਸ। ਇਟਸ ਅ ਬਿਲਕੁਲ ਸਟਾਰਟ। this ਉਹਨਾਂ very ਨੇ beautiful ਭੇਜਿਆ ਮੈਂ ਇਹ ਵੀ ਸ਼ੁਕਰ ਹੈ ਇਸ ਰੱਬ ਦਾ, ਰਾਈਟ, ਕਿ ਅਸੀਂ ਜੁਆਇਨ ਕਰ ਸਕਦੇ, ਸੁਣ ਸਕਦੇ ਹਾਂ। ਐਗਜ਼ੈਕਟਲੀ ਬਿਲਕੁਲ ਬਿਲਕੁਲ ਬਿਲकुल बहुत अच्छा ਅਦਰਵਾਈਜ਼ ਅਸੀਂ ਇੰਜ ਅਵੇਅਰ ਨਹੀਂ, ਬਿਨਾ ਅਵੇਅਰਨੈਸ ਚਲੇ ਜਾਈਏ ਸਿਰਫ, ਰਾਈਟ। ਸੋ नहीं नहीं Yeah. बहुत बहुत अच्छा ਤੁਹਾਡਾ ਜਿਹੜਾ ਵੈਰੀ ਬਿਊਟੀਫੁਲ, ਕਿਉਂਕਿ ਐਕਚੁਅਲੀ ਜੋ ਕਰਵਾ ਰਿਹਾ ਉਹ ਕਰਵਾ ਰਿਹਾ ਹੈਗਾ। ਯਸ ਔਰ ਜੇ ਮੈਂ ਕਹਾਂ ਮੈਂ ਕਰ ਰਹੀ ਹਾਂ, ਇਟਸ ਨਾਟ ਬਿਲਕੁਲ ਪੋਸੀਬਲ। ਕਿਸ It's ਤਰ੍ਹਾਂ not ਦੇਖੋ ਹਾਲਾਤ ਮੈਨੂੰ ਇੱਥੇ ਲੈ ਕੇ ਆਏ, ਐਂਡ ਕਿਸ ਤਰ੍ਹਾਂ ਜੋੜ ਜੁੜਿਆ, ਕਿਸ ਤਰ੍ਹਾਂ ਸ਼ੁਰੂ ਹੋ ਗਿਆ, ਕਿਸ ਤਰ੍ਹਾਂ yes like yes all this, these are the circumstances which he has formed to happen that thing. yeah, he created these circumstances He for all of created us. these circumstances. So Yeah. in life he is creating all the circumstances for us, all Yes. the circumstances he is created. Yes. that way ਉਹ ਭਾਵ ਬਣਦਾ ਇੰਨਾ ਗਹਿਰਾ ਹੋ ਜਾਂਦਾ ਹੈ ਕਿ ਤੁਹਾਨੂੰ ਲਾਈਫ ਦੇ ਨਾਲ ਇੱਕ ਬੜਾ ਪਿਆਰ ਹੋ ਜਾਂਦਾ ਹੈ ਕਿ ਲਾਈਫ ਇਜ਼ ਸੋ ਬਿਊਟੀਫੁਲ। ਤਾਂ ਸਭ ਦਾ ਬਹੁਤ ਬਹੁਤ ਧੰਨਵਾਦ, ਬਹੁਤ ਅੱਛਾ। ਐਂਡ ਮੈਨੂੰ ਅੱਛਾ ਲੱਗਾ ਕਿ ਸਾਰੇ ਐਪਰੀਸ਼ੀਏਟ ਕਰ ਰਹੇ ਨੇ, ਸਾਰੇ ਗੇਨ ਕਰ ਰਹੇ ਨੇ। ਮੇਨ ਇਹ ਹੈ ਕਿ ਕਿਉਂ ਇੰਨਾ ਹਾਂਜੀ। ਸੌਖਾ ਵੀ ਨਹੀਂ ਹੁੰਦਾ, ਜਿੰਨਾ ਚਿਰ ਉਹਦੀ ਕਿਰਪਾ ਨਾ ਹੋਵੇ ਉਹਨਾਂ ਚ ਇੰਟਰਸਟ ਵੀ ਨਹੀਂ ਬਣਦਾ। ਇੰਟਰਸਟ ਵੀ ਉਹਦੀ ਕਿਰਪਾ ਨਾਲ ਹੀ ਬਣਦਾ। ਸੋ ਠੀਕ ਹੈ, ਹੁਣ ਦੇਖੋ ਕੁਐਸਚਨ ਨਹੀਂ ਤੇ ਫਿਰ ਡੋਲੀ ਜੀ ਅਰਦਾਸ ਕਰ। ਮੈਂ ਬਸ ਇੱਕ ਚੀਜ਼ ਕਰਨੀ ਸੀ, ਮੈਂ ਭੁੱਲ ਗਈ, ਕਿਉਂਕਿ ਲਾਸਟ ਮੰਡੇ ਦੀ ਕਲਾਸ ਹੋਈ ਸੀ ਨਾ, ਸੋ ਆਪਾਂ 16 ਸਾਹਿਬ ਦੀ ਬਾਣੀ ਸੰਪੂਰਨ ਕਰ ਲਈ ਸੀਗੀ। ਸੋ ਹਾਂ ਹੁਣ ਆਪਾਂ ਸੰਗਤ ਕਹਿ ਵੀ ਦੱਸ ਵੀ ਸਕਦੀ ਸੰਗਤ, ਪਰ ਤੋ ਪ੍ਰਸਾਦ ਸਵਈਏ ਜਿਹੜੇ ਹੈਗੇ ਉਹ, ਕਿਉਂਕਿ ਪੰਜੀ ਨਾਲ ਤੇ ਜਿਹੜੇ ਦੀ ਗੱਲ ਹੋਈ ਸੀ, ਪਰ ਉਹ ਜਿਹੜੇ ਹੈਗੇ ਨੇ ਉਹ ਡੇਲੀ ਨਿਤਨੇਮ ਦੀ ਬਾਣੀ ਹੈਗੀ। ਸੋ ਸੋਚ ਰਹੇ ਸੀ ਕਿ ਤੋ ਪ੍ਰਸਾਦ ਸਵਈਏ ਦੀ ਵਿਚਾਰ ਸ਼ੁਰੂ ਕਰਾਂਗੇ। 10 ਸਵਈਏ ਹੈਗੇ ਨੇ ਉਹ। ਸੋ ਕੋਸ਼ਿਸ਼ ਕਰਕੇ ਇੱਕ ਐਵਰੀ ਵੀਕ ਇੱਕ ਸਵਈਆ ਆਪਾਂ ਪੂਰਾ ਕਰ ਸਕੇ, ਵਾਹਿਗੁਰੂ ਕਰਵਾ ਲੈਣ। ਤੇ ਉਸ ਤੋਂ ਬਾਅਦ ਆਪ ਵੀ ਸੋਚ ਸਕਦੇ ਹੋ ਕਿ ਤੁਸੀਂ ਕਿਹੜੀ ਬਾਣੀ ਦੀ ਵਿਚਾਰ ਉਸ ਤੋਂ ਉਪਰੰਤ ਕਰਵਾਉਣਾ ਆਪਾਂ ਕਰੀਏ ਸਾਰੇ ਜਣੇ। ਠੀਕ ਹੈ ਜੀ। ਸੋ ਇਟਸ ਓਕੇ। ਚਲੋ ਅਰਦਾਸ ਕਰ ਦਈਏ ਭੈਣ ਜੀ। ਹਾਂਜੀ ਬਿਲਕੁਲ ਅਰਦਾਸ। ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਨ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੇ ਕਰ ਨਾਉ ਨਿਧਾਵੇ ਤਾਏ, ਸਭ ਥਾਈ ਹੁਨਾ ਜੀ ਸਹਾਇ। 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੁਨਾ ਜੀ ਸਹਾਇ। 10 ਪਾਤਸ਼ਾਹੀਆਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ। ਇਹ ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦਾ ਕੋਟਾਨ ਸ਼ੁਕਰਾਨਾ ਹੈ। ਆਪ ਜੀ ਨੇ ਆਪਣੇ ਬੱਚਿਆਂ ਨੂੰ ਸੰਗਤ ਦੇ ਰੂਪ ਚ ਇਕੱਠਾ ਕੀਤਾ। ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਨੇ ਗਿਆਨ ਦੀਆਂ ਗੱਲਾਂ ਕਰਵਾਈਆਂ। ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਜੋ ਵੀ ਪੜੀ ਸੁਣੀ ਬਾਣੀ ਹੈਗੀ ਉਹ ਸਾਡੇ ਹਿਰਦਿਆਂ ਦਾ ਹਿੱਸਾ ਬਣ ਜਾਵੇ। ਆਪ ਹੀ ਸਾਡੀ ਅਗਵਾਈ ਕਰਨਾ, ਆਪ ਹੀ ਸਾਨੂੰ ਆਪਣੇ ਦੱਸੇ ਹੋਏ ਮਾਰਗ ਤੇ ਤੋਰਨਾ। ਸੱਚੇ ਪਿਤਾ ਵਾਹਿਗੁਰੂ ਜੀ, ਆਪ ਹੀ ਸਿਰ ਤੇ ਹੱਥ ਰੱਖ ਕੇ ਬੁਰਿਆਂ ਕੰਮਾਂ ਪਾਪਾਂ ਖਿਆਲਾਂ ਤੋਂ ਰੱਖਿਆ ਕਰਨਾ। ਸੋਈ ਵਿਚਾਰ ਪੈਦਾ ਕਰੋ ਸੱਚੇ ਪਿਤਾ ਵਾਹਿਗੁਰੂ ਜੀ, ਜੋ ਆਪ ਜੀ ਦੇ ਵੱਲ ਸਾਨੂੰ ਲੈ ਕੇ ਜਾਣ। ਇਹ ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਸਾਰਿਆਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੀ, ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ਣੀ, ਤਾਂ ਕਿ ਸਾਰੀ ਸੰਗਤ ਦੇ ਤੌਰ ਵਿੱਚ ਆਪ ਜੀ ਦੇ ਗੁਣ ਗਾ ਸਕਣ। ਸੱਚੇ ਪਿਤਾ ਵਾਹਿਗੁਰੂ ਜੀ, ਕਿਸਾਨਾਂ ਦੇ ਮਦਦਗਾਰ ਹੋਣਾ। ਸੱਚੇ ਪਿਤਾ ਵਾਹਿਗੁਰੂ ਜੀ, ਸਾਰੇ ਸੰਸਾਰ ਵਿੱਚ ਸੁੱਖ ਅਤੇ ਸ਼ਾਂਤੀ ਵਰਤੇ ਜੀ। ਵਾਹਿਗੁਰੂ ਜੀ, ਉਹ ਸੋਈ ਗੁਰਮੁਖ ਪਿਆਰੇ ਨੂੰ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਸਵਾਸ ਸਵਾਸ ਚਿਤਾਵੇ, ਸੁਖ ਹੋਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।